हाँ जी प्यारे साथियों, सत श्री अकाल सारिਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਬਹੁਤ ਤੁਹਾਡਾ ਸਵਾਗਤ ਆ। ਤੇ ਆਪਾਂ ਜੀਓਗ੍ਰਾਫੀ ਜਿਹੜੀ ਕਰਦੇ ਪਏ ਆ ਉਹ ਆਪਾਂ ਕਰਦੇ ਪਏ ਆ 8ਵੀਂ ਕਲਾਸ ਦੀ ਜੀਓਗ੍ਰਾਫੀ, ਜਿਹਦੇ ਵਿੱਚ ਤਕਰੀਬਨ ਆਪਣੀ ਜੀਓਗ੍ਰਾਫੀ ਜਿਹੜੀ ਕੰਪਲੀਟ ਹੋਣ ਵਾਲੀ ਆ, ਕਿਉਂਕਿ ਆਪਾਂ ਨੂੰ 1 ਮਹੀਨਾ ਹੀ ਲਗਭਗ ਹੋ ਚੱਲਿਆ ਜਿਹੜੀ ਆਪਾਂ 8ਵੀਂ ਕਲਾਸ ਦੀ ਜੀਓਗ੍ਰਾਫੀ ਸਟਾਰਟ ਕੀਤੀ ਸੀ। ਇਹਦੇ ਸਾਰੇ ਦੇ ਸਾਰੇ ਹੀ ਟੌਪਿਕ ਜਿਹੜੇ ਆ ਬਹੁਤ ਜ਼ਿਆਦਾ ਇੰਪੋਰਟੈਂਟ ਆ। ਬਸ ਸਾਡਾ ਇੱਕ ਚੈਪਟਰ ਹੀ ਹੋਰ ਰਹਿ ਗਿਆ, ਸਾਡੀ 8ਵੀਂ ਕਲਾਸ ਦੀ ਜੀਓਗ੍ਰਾਫੀ ਕੰਪਲੀਟ ਹੋਣ ਵਾਲੀ ਆ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਵਾ ਉਹ ਹੈਗਾ ਵਾ ਉਦਯੋਗਾਂ ਬਾਰੇ। ਉਦਯੋਗਾਂ ਦੇ ਵਿੱਚ ਹੀ ਜਿਹੜੇ ਟੌਪਿਕ ਸਾਡੇ ਕੋਲ ਆਉਂਦੇ, ਜਿਵੇਂ ਟਾਟਾ ਟਿਸਕੋ ਕੰਪਨੀ, ਟਾਟਾ ਸਟੀਲ ਆਇਰਨ ਕੰਪਨੀ, ਏਦਾਂ ਦੇ ਜਿਹੜੇ ਸਾਨੂੰ ਕੁਐਸਚਨ ਪੁੱਛੇ ਜਾਂਦੇ ਆ ਨਾ, ਇਹ ਸਾਨੂੰ ਉਦਯੋਗਾਂ ਵਾਲੇ ਕਨਸੈਪਟ ਦੇ ਵਿੱਚੋਂ ਹੀ ਪੁੱਛੇ ਜਾਂਦੇ ਆ। ਸਾਰਾ ਦਾ ਸਾਰਾ ਉਦਯੋਗਾਂ ਵਾਲਾ ਕਨਸੈਪਟ ਬਹੁਤ ਹੀ ਬਰੀਕੀ ਨਾਲ ਸਮਝਾਉਂਗੀ। ਪਤਾ ਕਿਉਂ? ਕਿਉਂਕਿ ਤੁਹਾਨੂੰ ਪਤਾ ਮੇਰਾ ਮੈਥਡ ਆਫ ਟੀਚਿੰਗ ਇਹ ਆ, ਖਾਸ ਕਰਕੇ ਪੀਐਸਟੈਟ ਵਾਲਿਆਂ ਦੇ ਲਈ, ਕਿ ਨਾ ਤਾਂ ਮੈਂ ਐਨਸੀਈਆਰਟੀ ਛੱਡ ਰਹੀ ਹਾਂ ਤੇ ਨਾ ਮੈਂ ਪੰਜਾਬ ਬੋਰਡ ਛੱਡ ਰਹੀ ਹਾਂ। ਦੋਨਾਂ ਹੀ ਕਿਤਾਬਾਂ ਤੋਂ ਐਨਾਲਿਸਿਸ ਕਰਕੇ ਉਦਯੋਗਾਂ ਦਾ ਵਰਗੀਕਰਨ ਜਿਹੜਾ ਵਾ ਮੈਂ ਤੁਹਾਨੂੰ ਕਰਵਾਉਣਾ। ਪਰ ਜਦੋਂ ਉਦਯੋਗਾਂ ਵਾਲਾ ਕਨਸੈਪਟ ਮੈਂ ਕੱਢਿਆ, ਐਨਸੀਈਆਰਟੀ ਤੋਂ ਦੇਖਿਆ, ਪੰਜਾਬ ਬੋਰਡ ਤੋਂ ਦੇਖਿਆ, ਮੈਂ ਤੁਹਾਨੂੰ ਕੀ ਕਿਹਾ ਵੀ ਮਤਲਬ ਜੀਓਗ੍ਰਾਫੀ ਦੇ ਮਾਮਲੇ ਦੇ ਵਿੱਚ ਸਾਡੀਆਂ ਪੰਜਾਬ ਬੋਰਡ ਦੀਆਂ ਬੁੱਕਸ ਤੇ ਡਾਟਾ ਜ਼ਿਆਦਾ ਵਾਈਡਲੀ ਆ। 8ਵੀਂ ਕਲਾਸ ਦੀ ਵੇਖੋ ਕਿੰਨੀ ਪਤਲੀ ਜੀ ਬੁੱਕ ਆ, ਕੁਛ ਵੀ ਨਹੀਂ ਆ। ਮਤਲਬ ਇੰਨਾ 8ਵੀਂ ਕਲਾਸ ਦੀ ਜੀਓਗ੍ਰਾਫੀ ਦੇ ਵਿੱਚ ਇੰਨਾ ਡਾਟਾ ਨਹੀਂ ਹੈਗਾ ਐਨਸੀਈਆਰਟੀ ਦੇ ਵਿੱਚ, ਪਰ ਸਾਡੀ ਪੰਜਾਬ ਬੋਰਡ ਦੀ ਜਿਹੜੀ 8ਵੀਂ ਕਲਾਸ ਦੀ ਜੀਓਗ੍ਰਾਫੀ ਉਹਦੇ ਵਿੱਚ ਜ਼ਿਆਦਾ ਡਾਟਾ ਵਾ। ਮਤਲਬ ਜਦੋਂ ਮੈਂ ਉਦਯੋਗਾਂ ਵਾਲਾ ਚੈਪਟਰ ਇਹਦੇ ਵਿੱਚੋਂ ਪੜ੍ਹਿਆ ਐਨਸੀਈਆਰਟੀ ਦੇ ਵਿੱਚੋਂ, ਤੇ ਕੁਛ ਵੀ ਜ਼ਿਆਦਾ ਡਿਟੇਲ ਨਹੀਂ ਸਾਨੂੰ ਮਿਲਦੀ। ਪਰ ਇਹਦਾ ਮਤਲਬ ਇਹ ਨਹੀਂ ਵੀ ਇਹਨੂੰ ਆਪਾਂ ਸਕਿਪ ਕਰ ਦੇਣਾ, ਨਹੀਂ, ਐਨਸੀਈਆਰਟੀ ਨੂੰ ਸਕਿਪ ਤਾਂ ਕਰਨਾ ਹੀ ਨਹੀਂ। ਤੇ ਆਪਾਂ ਆਪਣੇ ਪੰਜਾਬ ਬੋਰਡ ਨੂੰ ਵੀ ਨਹੀਂ ਛੱਡਣਾ। ਮੈਂ ਦੋਨਾਂ ਤੋਂ ਹੀ ਕਰਵਾ ਰਹੀ ਹਾਂ। ਕਲਾਸ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ, ਕਿਉਂਕਿ ਐਨਸੀਈਆਰਟੀ ਦੇ ਅਕੋਰਡਿੰਗ ਐਸਐਸਟੀ ਪੜ੍ਹਨ ਲਈ ਜਵਾਕ ਪਾਗਲ ਹੋਏ ਫਿਰਦੇ ਆ ਤੇ ਉਹਨਾਂ ਨੂੰ ਕਲਾਸਾਂ ਨਹੀਂ ਮਿਲ ਰਹੀਆਂ, ਠੀਕ ਆ। ਤੇ ਇਹ ਤੁਸੀਂ ਪਹੁੰਚਾਉਣੀਆਂ ਮੇਰੀਆਂ ਕਲਾਸਾਂ ਉਹਨਾਂ ਬੱਚਿਆਂ ਤੱਕ ਜਿਨ੍ਹਾਂ ਨੂੰ ਇਸ ਚੀਜ਼ ਦੀ ਨੀਡ ਆ, ਠੀਕ ਆ। ਹੁਣ ਕੀ ਕਰਨਾ ਵਾ, ਆਪਾਂ ਸਭ ਤੋਂ ਪਹਿਲਾਂ ਜਿਹੜਾ ਜ਼ਿਆਦਾ ਡਾਟਾ ਆਪਾਂ ਨੂੰ ਮਿਲਦਾ ਵਾ ਉਦਯੋਗਾਂ ਦਾ ਵਰਗੀਕਰਨ, ਇਹ ਸਾਨੂੰ ਸਾਡੇ ਐਸਸੀਈਆਰਟੀ ਬੋਰਡ ਤੋਂ ਹੀ ਮਿਲਦਾ। ਐਨਸੀਈਆਰਟੀ ਦੇ ਵਿੱਚ ਸਾਨੂੰ ਇੰਨਾ ਡਾਟਾ ਵਾਈਡਲੀ ਨਹੀਂ ਮਿਲਦਾ। ਮੈਂ ਕਰਵਾਉਂਗੀ ਇੱਥੋਂ ਵੀ। ਫਿਲਹਾਲ ਆਪਾਂ ਜਿਹੜਾ ਕਰਨਾ ਵਾ, ਆਪਾਂ ਪਹਿਲਾਂ ਪੰਜਾਬ ਬੋਰਡ ਦੇ ਅਕੋਰਡਿੰਗ ਹੀ ਕਰਨਾ ਵਾ। ਇੱਥੋਂ ਵੀ ਮੈਂ ਤੁਹਾਨੂੰ ਕਰਵਾਉਂਗੀ ਦੋਨਾਂ ਤੋਂ ਹੀ, ਠੀਕ ਆ। ਦੋਨਾਂ ਤੋਂ ਹੀ ਐਨਾਲਿਸਿਸ ਕਰਕੇ ਆਪਾਂ ਕਰਨਾ ਵਾ। ਕਾਫੀ ਚੀਜ਼ਾਂ ਮੈਚ ਵੀ ਕਰਦੀਆਂ ਵਾ ਤੇ ਕਾਫੀ ਚੀਜ਼ਾਂ ਜਿਹੜੀਆਂ ਮੈਚ ਨਹੀਂ ਵੀ ਕਰਦੀਆਂ, ਤੋਂ ਆਪਾਂ ਛੱਡਣਾ ਕੁਛ ਵੀ ਨਹੀਂ ਆ, ਠੀਕ ਆ। ਤੇ ਚਲੋ ਆਪਾਂ ਚੱਲਦੇ ਆ ਉਦਯੋਗਾਂ ਤੇ। ਵੇਖੋ ਸਭ ਤੋਂ ਪਹਿਲਾਂ ਤਾਂ ਇੱਕ ਬੇਸਿਕ ਜਿਹੀ ਚੀਜ਼ ਸਮਝਿਓ। ਕੋਈ ਵੀ ਚੀਜ਼ ਆ ਨਾ ਸਾਡੇ ਘਰ ਦੇ ਵਿੱਚ, ਆ ਮੋਬਾਈਲ ਫੋਨ ਆ, ਟਰਾਈਪੋਡ ਆ, ਫੈਨ ਆ, ਹਨਾ, ਬੈੱਡ ਆ, ਜੋ ਵੀ ਆ, ਹਾਂ, ਮੈਂ ਜਿਹੜੇ ਕੱਪੜੇ ਪਾਏ ਆ, ਤੁਸੀਂ ਜੋ ਪਾਏ ਆ, ਘਰ ਵਿੱਚ ਖਾਣ ਵਾਲੀਆਂ ਚੀਜ਼ਾਂ ਜੋ ਵੀ ਆ, ਇਹ ਸਿੱਧੀਆਂ ਤਾਂ ਸਾਡੇ ਕੋਲ ਨਹੀਂ ਆਉਂਦੀਆਂ। ਇਹ ਬੜੀਆਂ ਪ੍ਰਕਿਰਿਆਵਾਂ ਦੇ ਵਿੱਚੋਂ, ਬੜੀਆਂ ਕਿਰਿਆਵਾਂ ਦੇ ਵਿੱਚੋਂ, ਇਹਨਾਂ ਨੂੰ ਬੜੀਆਂ ਮਸ਼ੀਨਾਂ ਦੇ ਵਿੱਚੋਂ ਇਹਨਾਂ ਨੂੰ ਲੰਘਣਾ ਪੈਂਦਾ। ਚਾਹੇ ਕੋਈ ਖਾਣ ਵਾਲੀ ਚੀਜ਼ ਆ, ਚਾਹੇ ਕੋਈ ਪਾਉਣ ਵਾਲੀ ਚੀਜ਼ ਆ, ਕੋਈ ਖਾਣ ਪੀਣ ਹੰਡਾਉਣ ਵਾਲੀ ਕੋਈ ਵੀ ਚੀਜ਼ ਆ, ਸਾਰੀਆਂ ਹੀ ਚੀਜ਼ਾਂ ਜਿਹੜੀਆਂ ਵਾ ਕਈ ਪ੍ਰਕਿਰਿਆਵਾਂ ਦੇ ਵਿੱਚੋਂ ਲੰਘ ਕੇ ਫਿਰ ਸਾਡੇ ਤੱਕ ਪਹੁੰਚਦੀਆਂ। ਸੋ ਇਹ ਸਾਰੀਆਂ ਚੀਜ਼ਾਂ ਕਿਹਦਾ ਹਿੱਸਾ ਵਾ? ਉਦਯੋਗਾਂ ਦਾ ਹਿੱਸਾ ਵਾ। ਸੋ ਜੇ ਉਦਯੋਗ ਆ ਤੇ ਸਭ ਕੁਛ ਆ, ਜੇ ਉਦਯੋਗ ਨਹੀਂ ਤੇ ਫਿਰ ਕੁਛ ਵੀ ਨਹੀਂ ਆ। ਪਰ ਜਦੋਂ ਅਸੀਂ ਉਦਯੋਗਾਂ ਦੇ ਵਰਗੀਕਰਨ ਦੀ ਗੱਲ ਕਰਦੇ ਆ, ਆਖਰ ਉਦਯੋਗਾਂ ਦਾ ਵਰਗੀਕਰਨ ਕਿਉਂ ਜ਼ਰੂਰੀ ਆ? ਜ਼ਰੂਰੀ ਆ ਕਿਉਂਕਿ ਜਦੋਂ ਅਸੀਂ ਉਦਯੋਗਾਂ ਦਾ ਵਰਗੀਕਰਨ ਕਰਦੇ ਆ ਤਾਂ ਇਹਦੇ ਵਿੱਚ ਸਾਨੂੰ 3 ਤਰ੍ਹਾਂ ਦੇ ਉਦਯੋਗ ਮਿਲਦੇ। ਪਹਿਲੇ ਤਾਂ ਸਾਨੂੰ ਮਿਲਦੇ ਆ ਆਕਾਰ ਦੇ ਆਧਾਰ ਤੇ ਉਦਯੋਗ, ਆਕਾਰ ਦੇ ਆਧਾਰ ਤੇ ਉਦਯੋਗ। ਫਿਰ ਸਾਨੂੰ ਦੂਜੇ ਮਿਲਦੇ ਆ ਕੱਚੇ ਮਾਲ ਦੇ ਆਧਾਰ ਤੇ ਉਦਯੋਗ, ਠੀਕ ਹੈ। ਕਿਉਂਕਿ ਜੇ ਕੱਚਾ ਮਾਲ ਹੋਊਗਾ ਫਿਰ ਹੀ ਉਹਦੇ ਤੋਂ ਅੱਗੇ ਕੋਈ ਪ੍ਰੋਡਕਟ ਤਿਆਰ ਕੀਤਾ ਜਾ ਸਕਦਾ ਨਾ, ਠੀਕ ਹੈ। ਤੇ ਉਸ ਤੋਂ ਬਾਅਦ ਤੀਜਾ ਹੈਗਾ ਵਾ ਮਲਕੀਅਤ ਦੇ ਆਧਾਰ ਤੇ ਉਦਯੋਗ। ਇਹਨਾਂ ਸਾਰਿਆਂ ਨੂੰ ਮੈਂ ਬਰੀਕੀ ਦੇ ਨਾਲ ਸਮਝਾਉਂਗੀ, ਠੀਕ ਹੈ, ਕਨਫਿਊਜ਼ ਨਹੀਂ ਹੋਣਾ। PDF ਵੀ ਤੁਹਾਨੂੰ ਮੈਂ ਟੈਲੀਗ੍ਰਾਮ ਤੇ ਭੇਜੂਗੀ ਇਹਦੀ। ਆਕਾਰ ਦੇ ਆਧਾਰ ਤੇ ਉਦਯੋਗ, ਕੱਚੇ ਮਾਲ ਦੇ ਆਧਾਰ ਤੇ ਉਦਯੋਗ ਤੇ ਮਲਕੀਅਤ ਦੇ ਆਧਾਰ ਤੇ ਉਦਯੋਗ। ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਆਕਾਰ ਦੇ ਆਧਾਰ ਤੇ ਉਦਯੋਗ ਆ, ਇਹਨਾਂ ਨੂੰ ਆਪਾਂ ਪਹਿਲਾਂ ਵੰਡ ਲੈਣਾ ਵਾ। ਇਹਨਾਂ ਨੂੰ ਆਪਾਂ ਕਿਵੇਂ ਵੰਡ ਲਿਆ ਵੇਖੋ। ਆਕਾਰ ਦੇ ਆਧਾਰ ਤੇ ਜਿਹੜੇ ਉਦਯੋਗ ਆ, ਇਹ ਅੱਗੋਂ ਕਿੰਨੇ ਤਰ੍ਹਾਂ ਦੇ ਆ? 3 ਤਰ੍ਹਾਂ ਦੇ ਆ। ਇਹਨਾਂ ਦਾ ਵਰਗੀਕਰਨ ਜ਼ਰੂਰ ਸਮਝਦੇ ਜਾਇਓ, ਠੀਕ ਹੈ। ਮੈਂ ਬਹੁਤ ਹੀ ਬਰੀਕੀ ਦੇ ਨਾਲ ਕਰਵਾ ਰਹੀ ਹਾਂ ਉਦਯੋਗਾਂ ਦਾ ਵਰਗੀਕਰਨ। ਆਕਾਰ ਦੇ ਆਧਾਰ ਤੇ ਜਿਹੜੇ ਪਹਿਲੇ ਉਦਯੋਗ ਆਉਂਦੇ, ਉਹਦੇ ਵਿੱਚ ਆਕਾਰ ਦੇ ਆਧਾਰ ਤੇ ਉਦਯੋਗ ਅੱਗੋਂ 3 ਤਰ੍ਹਾਂ ਦੇ ਆ। ਵੇਖੋ, ਵੱਡੇ ਪੈਮਾਨੇ ਵਾਲੇ ਉਦਯੋਗ। ਵੱਡੇ ਪੈਮਾਨੇ ਵਾਲੇ ਉਦਯੋਗ ਪਤਾ ਕਿਹੜੇ ਹੁੰਦੇ ਆ? ਜਿਹਦੇ ਵਿੱਚ ਮਜ਼ਦੂਰਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਚਾਹੀਦੀ, ਬਹੁਤ ਹੀ ਜ਼ਿਆਦਾ ਮਜ਼ਦੂਰ ਚਾਹੀਦੇ ਆ। 5 ਕਰੋੜ ਦੀ ਪੂੰਜੀ ਲਾਗਤ ਚਾਹੀਦੀ ਆ। ਕਿੰਨੇ ਕਰੋੜ ਦੀ?
5 ਕਰੋੜ ਦੀ ਪੂੰਜੀ ਲਾਗਤ ਚਾਹੀਦੀ ਆ। ਇਹਨਾਂ ਵੱਡੇ ਪੈਮਾਨੇ ਉਦਯੋਗਾਂ ਤੇ ਮਜ਼ਦੂਰ ਵੀ ਜ਼ਿਆਦਾ ਚਾਹੀਦੇ। ਉਸ ਤੋਂ ਬਾਅਦ ਇਹਦੀ ਦੂਜੀ ਕੈਟਾਗਰੀ ਆਉਂਦੀ ਹੈ ਦਰਮਿਆਨੇ ਪੈਮਾਨੇ ਵਾਲੇ ਉਦਯੋਗ। ਦਰਮਿਆਨੇ ਪੈਮਾਨੇ ਵਾਲੇ ਦੇ ਵਿੱਚ ਕੀ ਹੋਊਗਾ ਵੀ ਮਜ਼ਦੂਰਾਂ ਦੀ ਗਿਣਤੀ ਥੋੜੀ ਜਿਹੀ ਇਹਦੇ ਨਾਲੋਂ ਘਟ ਜੂਗੀ। 60 ਲੱਖ ਤੋਂ ਲੈ ਕੇ 5 ਕਰੋੜ ਦੇ ਵਿੱਚ ਲਾਗਤ। ਇੱਥੇ ਕੀ ਸੀ 5 ਕਰੋੜ ਦੀ ਲਾਗਤ, ਪਰ ਦਰਮਿਆਨੇ ਪੈਮਾਨੇ ਵਿੱਚ ਕਿੰਨੀ ਆ ਜੂਗੀ 60 ਲੱਖ ਤੋਂ ਲੈ ਕੇ 5 ਕਰੋੜ ਦੇ ਵਿੱਚ ਲਾਗਤ ਜਿਹੜੀ ਆ ਜੂਗੀ। ਠੀਕ ਹੈ। ਉਸ ਤੋਂ ਬਾਅਦ ਤੀਜੀ ਕੈਟਾਗਰੀ ਆ ਜਾਂਦੀ ਆ ਛੋਟੇ ਪੈਮਾਨੇ ਵਾਲੇ ਉਦਯੋਗ। ਠੀਕ ਆ, ਪਤਾ ਨਹੀਂ ਕੀ ਹੋ ਗਿਆ ਇੰਨੀ ਮੈਡੀਸਿਨ ਖਾ ਕੇ ਹਨਾ। ਛੋਟੇ ਪੈਮਾਨੇ ਵਾਲੇ ਜਿਹੜੇ ਉਦਯੋਗ ਆ ਹਨਾ, ਇਹਦੇ ਵਿੱਚ ਇਹਦੇ ਮਜ਼ਦੂਰਾਂ ਦੀ ਗਿਣਤੀ ਘਟ ਜੂਗੀ। ਇਹਦੇ ਚ ਬਹੁਤ ਜ਼ਿਆਦਾ ਹੀ ਇੱਥੇ ਘੱਟ ਹੀ ਤੇ ਹੋਰ ਘਟ ਗਈ। ਠੀਕ ਹੈ। ਜਿਹੜੇ ਛੋਟੇ ਪੈਮਾਨੇ ਵਾਲੇ ਉਦਯੋਗ ਆ ਬਹੁਤ ਹੀ ਘੱਟ ਗਿਣਤੀ ਚਾਹੀਦੀ ਹੈ ਮਜ਼ਦੂਰਾਂ ਦੀ ਤੇ 60 ਲੱਖ ਦੇ ਵਿਚਕਾਰ ਲਾਗਤ। ਸੀਕੁਐਂਸ ਬਣਾ ਕੇ ਯਾਦ ਰੱਖਣ ਦੀ ਕੋਸ਼ਿਸ਼ ਕਰੋ। ਇੱਧਰ ਵੇਖੋ, ਆਕਾਰ ਦੇ ਆਧਾਰ ਤੇ ਜਿਹੜੇ ਉਦਯੋਗ ਆ ਹਨਾ, ਮਤਲਬ ਸਭ ਤੋਂ ਪਹਿਲਾਂ ਉਦਯੋਗਾਂ ਦਾ ਵਰਗੀਕਰਨ ਆਕਾਰ ਦੇ ਆਧਾਰ ਤੇ, ਕੱਚੇ ਮਾਲ ਦੇ ਆਧਾਰ ਤੇ, ਮਲਕੀਅਤ ਦੇ ਆਧਾਰ ਤੇ। ਆਪਾਂ ਆਕਾਰ ਦੇ ਆਧਾਰ ਤੇ ਜਿਹੜੇ ਉਦਯੋਗ ਉਹਨਾਂ ਨੂੰ ਅੱਗੋਂ 3 ਭਾਗਾਂ ਵਿੱਚ ਵੰਡ ਲਿਆ। ਵੱਡੇ ਪੈਮਾਨੇ ਵਾਲੇ ਉਦਯੋਗ ਜਿਹਦੇ ਵਿੱਚ ਮਜ਼ਦੂਰਾਂ ਦੀ ਗਿਣਤੀ ਜ਼ਿਆਦਾ ਵਾ, 5 ਕਰੋੜ ਦੀ ਪੂੰਜੀ ਲਾਗਤ ਚਾਹੀਦੀ ਆ। ਦਰਮਿਆਨੇ ਪੈਮਾਨੇ ਵਾਲੇ ਉਦਯੋਗ ਆਉਂਦੇ ਦੀ ਦੂਜੀ ਕੈਟਾਗਰੀ ਜਿਹਦੇ ਮਜ਼ਦੂਰਾਂ ਦੀ ਗਿਣਤੀ ਘਟ ਜਾਂਦੀ ਆ, 60 ਲੱਖ ਤੋਂ ਲੈ ਕੇ 5 ਕਰੋੜ ਦੇ ਵਿਚਕਾਰ ਇਹਦੀ ਲਾਗਤ। ਉਸ ਤੋਂ ਬਾਅਦ ਛੋਟੇ ਪੈਮਾਨੇ ਵਾਲੇ ਉਦਯੋਗ ਆਉਂਦੇ ਆ ਜਿਹਦੇ ਵਿੱਚ ਮਜ਼ਦੂਰਾਂ ਦੀ ਗਿਣਤੀ ਬਹੁਤ ਹੀ ਘਟ ਜਾਂਦੀ ਆ ਤੇ 60 ਲੱਖ ਤੋਂ ਵਿਚਕਾਰ ਇਹਦੀ ਜਿਹੜੀ ਪੂੰਜੀ ਲਾਗਤ ਆ ਉਹ ਚਾਹੀਦੀ ਆ। ਇਥੋਂ ਤੱਕ ਕਲੀਅਰ ਆ। ਠੀਕ ਆ। ਉਸ ਤੋਂ ਬਾਅਦ ਆਪਾਂ ਜਾਣਦੇ ਆ ਆਪਣੀ ਜਿਹੜੀ ਅਗਲੀ ਕੈਟਾਗਰੀ ਆ ਕੱਚੇ ਮਾਲ ਦੇ ਆਧਾਰ ਤੇ ਉਦਯੋਗ। ਕੱਚੇ ਮਾਲ ਦੇ ਆਧਾਰ ਤੇ ਜਿਹੜੇ ਸਾਡੇ ਉਦਯੋਗ ਆਉਂਦੇ ਆ ਇਹ ਅੱਗੋਂ ਕਿੰਨੀ ਤਰ੍ਹਾਂ ਦੇ ਆ, ਇਹ ਅੱਗੋਂ 2 ਕੈਟਾਗਰੀ ਦੇ ਵਿੱਚ ਡਿਵਾਈਡ ਹੁੰਦੇ ਆ। ਬਹੁਤ ਹੀ ਈਜ਼ੀ ਆ ਇਹ, ਹਲਕੇ ਉਦਯੋਗ ਤੇ ਭਾਰੇ ਉਦਯੋਗ। ਇਹਨਾਂ ਨੂੰ ਇਸ ਤਰੀਕੇ ਦੇ ਨਾਲ ਹੀ ਯਾਦ ਰੱਖਣਾ। ਹਲਕੇ ਉਦਯੋਗ ਕਿਹੜੇ ਨੇ, ਜੇ ਤਾਂ ਕੋਈ ਖੇਤੀਬਾੜੀ ਦੇ ਨਾਲ ਹੋ ਜਾਊਗਾ ਉਦਯੋਗ, ਖੇਤੀਬਾੜੀ ਦੇ ਨਾਲ ਸੰਬੰਧਿਤ ਹਨਾ, ਉਹ ਤੇ ਹੋ ਜਾਊਗਾ ਵੀ ਖੇਤੀਬਾੜੀ ਆਧਾਰਿਤ ਕੋਈ ਉਦਯੋਗ, ਉਹ ਕਿਹਦੇ ਵਿੱਚ ਆ ਜਾਊਗਾ, ਉਹ ਹਲਕੇ ਉਦਯੋਗ ਦੇ ਵਿੱਚ ਆ ਜਾਊਗਾ। ਖਣਿਜ ਪਦਾਰਥਾਂ ਤੇ ਆਧਾਰਿਤ ਉਦਯੋਗ ਹਨਾ, ਮਤਲਬ ਕੋਈ ਖਾਣਾ ਪੁੱਟਣੀਆਂ ਹਨਾ, ਖਣਿਜ ਪਦਾਰਥ ਜਿਹੜੇ ਸਾਡੇ ਮਿਨਰਲ ਵਗੈਰਾ ਹੁੰਦੇ ਆ ਇਹ ਸਾਡਾ ਭਾਰੇ ਉਦਯੋਗਾਂ ਦੇ ਵਿੱਚ ਆ ਜਾਊਗਾ ਹਨਾ। ਜਾਨਵਰਾਂ ਦੇ ਆਧਾਰਿਤ ਉਦਯੋਗ, ਜਾਨਵਰਾਂ ਦੇ ਆਧਾਰਿਤ ਉਦਯੋਗ ਮਤਲਬ ਜਿਹਦੇ ਵਿੱਚ ਕਹਿ ਲਓ ਜਿਹਦੇ ਵਿੱਚ ਸਾਡੀਆਂ ਭੇਡਾਂ ਬੱਕਰੀਆਂ ਪਾਲਣੀਆਂ ਹਨਾ, ਜਾਨਵਰਾਂ ਤੋਂ ਦੁੱਧ ਪ੍ਰਾਪਤ ਕਰਨਾ, ਖੱਲ ਤਿਆਰ ਕਰਨੀ ਹਨਾ, ਏਦਾਂ ਕੁਝ ਏਦਾਂ ਦੀਆਂ ਚੀਜ਼ਾਂ। ਸੋ ਇਹ ਕਿਹਦੇ ਵਿੱਚ ਆ ਜਾਣਗੀਆਂ, ਹਲਕੇ ਉਦਯੋਗ ਦੇ ਵਿੱਚ ਆ ਜਾਣਗੀਆਂ। ਜੰਗਲਾਂ ਤੇ ਆਧਾਰਿਤ ਉਦਯੋਗ ਮਤਲਬ ਕਿ ਇਮਾਰਤੀ ਲੱਕੜੀ ਤਿਆਰ ਕਰਨ ਲਈ, ਫਰਨੀਚਰ ਤਿਆਰ ਕਰਨ ਲਈ ਕੋਈ ਉਦਯੋਗ ਦੇ ਲੱਕੜਾਂ ਦੇ ਸਮਾਨ ਜਿੱਥੋਂ ਤਿਆਰ ਹੁੰਦਾ ਹਨਾ ਲੱਕੜੀ ਦਾ, ਉੱਥੋਂ ਦੇ ਉਹ ਵਾਲੇ ਉਦਯੋਗ ਜਿਹੜੇ ਆ ਸਥਾਪਿਤ ਕਰਨੇ। ਮਤਲਬ ਇਹਨਾਂ ਨੂੰ ਬਸ ਤੁਸੀਂ ਈਜ਼ੀਲੀ ਯਾਦ ਰੱਖ ਸਕਦੇ ਆ, ਕੋਈ ਸਪੈਸ਼ਲ ਤੌਰ ਤੇ ਇਹਨਾਂ ਨੂੰ ਕੈਟੇਗਰਾਈਜ਼ ਕਰਕੇ ਯਾਦ ਰੱਖਣ ਦੀ ਲੋੜ ਨਹੀਂ ਆ। ਬਸ ਇਵੇਂ ਰੱਖਣਾ ਵੀ ਕੱਚੇ ਮਾਲ ਦੇ ਆਧਾਰਿਤ ਉਦਯੋਗ 2 ਤਰ੍ਹਾਂ ਦੇ ਹੁੰਦੇ ਆ, ਹਲਕੇ ਜਾਂ ਭਾਰੇ। ਖੇਤੀਬਾੜੀ ਦੇ ਆਧਾਰਿਤ ਉਦਯੋਗ ਹੋ ਸਕਦੇ ਆ, ਜੰਗਲਾਂ ਦੇ ਆਧਾਰਿਤ ਉਦਯੋਗ ਹੋ ਸਕਦੇ ਆ ਜਦੋਂ ਤੁਸੀਂ ਫਰਨੀਚਰ ਤਿਆਰ ਕਰਦੇ ਆ, ਜਾਨਵਰਾਂ ਦੇ ਆਧਾਰਿਤ ਉਦਯੋਗ ਹੋ ਸਕਦੇ ਆ। ਸੋ ਇਹ ਸਿੱਕੀ ਦੇ ਵਿੱਚ ਆਉਂਦੇ ਆ, ਕੱਚੇ ਮਾਲ ਦੇ ਆਧਾਰ ਤੇ ਉਦਯੋਗ ਵਿੱਚ ਆਉਂਦੇ ਆ। ਉਸ ਤੋਂ ਬਾਅਦ ਅਸੀਂ ਜਾਣਦੇ ਆ ਮਲਕੀਅਤ ਦੇ ਆਧਾਰਿਤ ਉਦਯੋਗ। ਇਹਦੇ ਵਿੱਚ ਦੇਖਦੇ ਆ ਕਿ ਮਲਕੀਅਤ ਦੇ ਆਧਾਰ ਤੇ ਜਿਹੜੇ ਉਦਯੋਗ ਆ ਇਹਨਾਂ ਵਿੱਚ ਕਿਹੜੇ ਉਦਯੋਗ ਆਉਂਦੇ ਆ। ਜਿਹੜੇ ਮਲਕੀਅਤ ਦੇ ਆਧਾਰ ਤੇ ਉਦਯੋਗ ਆ ਠੀਕ ਆ, ਇਹ ਕਿੰਨੇ ਤਰ੍ਹਾਂ ਦੇ ਆਉਂਦੇ ਆ, ਇਹ 4 ਤਰ੍ਹਾਂ ਦੀ ਕੈਟਾਗਰੀ ਹੈ ਇਹਨਾਂ ਦੀ। ਠੀਕ ਆ। ਨਿੱਜੀ ਖੇਤਰ ਦੇ ਉਦਯੋਗ, ਨਿੱਜੀ ਖੇਤਰ ਦੇ ਉਹ ਮਤਲਬ ਮੈਂ ਕੋਈ ਆਪਣਾ ਪ੍ਰਾਈਵੇਟ ਉਦਯੋਗ ਖੋਲ ਲਿਆ ਹਨਾ, ਉਹ ਮੇਰਾ ਨਿੱਜੀ ਆ, ਉਹ ਮੇਰਾ ਕੀ ਹੋਊਗਾ ਨਿੱਜੀ ਉਦਯੋਗ, ਜਿਹਦੇ ਵਿੱਚ ਮੈਂ ਸਰਕਾਰ ਦੇ ਅੰਡਰ ਨਹੀਂ ਆ, ਜਿਹਦੇ ਵਿੱਚ ਮੈਂ ਕੋਈ ਸਬਸਿਡੀ ਨਹੀਂ ਲਈ, ਕੁਛ ਨਹੀਂ ਕੀਤਾ। ਮੈਂ ਆਪਣੀ ਜਿੰਨੀ ਮੇਰੀ ਫਾਈਨੈਂਸ਼ੀਅਲ ਮੇਰੀ ਜੋ ਵੀ ਇਨਕਮ ਆ ਹਨਾ, ਜੋ ਵੀ ਆ ਉਹਦੇ ਆਧਾਰ ਤੇ ਮੈਂ ਆਪਦਾ ਕੋਈ ਛੋਟਾ ਮੋਟਾ ਉਦਯੋਗ ਖੋਲਿਆ, ਉਹ ਕੀ ਹੈ ਨਿੱਜੀ ਖੇਤਰ ਉਦਯੋਗ ਆ। ਠੀਕ ਹੈ। ਸਰਕਾਰੀ ਖੇਤਰ ਉਦਯੋਗ ਜਿਹੜਾ ਕਿ ਸਰਕਾਰ ਦੇ ਅੰਡਰ ਆ, ਸਰਕਾਰ ਦੇ ਰੂਲ ਰੈਗੂਲੇਸ਼ਨ ਦੇ ਤਹਿਤ ਆਉਂਦਾ, ਉਹ ਕੀ ਹੈ ਸਰਕਾਰੀ ਖੇਤਰ ਉਦਯੋਗ ਆ। ਸਾਂਝੇ ਖੇਤਰ ਉਦਯੋਗ, ਸਾਂਝੇ ਖੇਤਰ ਉਦਯੋਗ ਦਾ ਮਤਲਬ ਇਹ ਆ ਵੀ ਜਿਹਦੇ ਵਿੱਚ 3 ਤੋਂ 4 ਬੰਦੇ ਰਲ ਕੇ ਜਾਂ ਜ਼ਿਆਦਾ ਬੰਦੇ ਰਲ ਕੇ ਜਿਹੜਾ ਵਾ ਆਪਣਾ ਕੋਈ ਸਾਂਝਾ ਉਦਯੋਗ ਜਿਹੜਾ ਵਾ ਖੋਲ ਲੈਂਦੇ ਆ। ਠੀਕ ਆ। ਉਸ ਤੋਂ ਬਾਅਦ ਆਉਂਦਾ ਵਾ ਸਹਿਕਾਰੀ। ਸਹਿਕਾਰੀ ਦਾ ਮਤਲਬ ਇਹ ਹੁੰਦਾ ਵਾ ਜਿਹਦੇ ਵਿੱਚ ਮਤਲਬ ਸਰਕਾਰ ਤੋਂ ਕੋਈ ਮਾਨਤਾ ਲੈ ਕੇ, ਸਰਕਾਰ ਤੋਂ ਕੋਈ ਅਸੀਂ ਸਬਸਿਡੀ ਲੈ ਕੇ, ਉਹਦੇ ਤੋਂ ਮਾਨਤਾ ਲੈ ਕੇ ਅਸੀਂ ਜਿਹੜਾ ਉਦਯੋਗ ਖੋਲਦੇ ਆ ਉਹ ਸਹਿਕਾਰੀ ਖੇਤਰ ਉਦਯੋਗ ਦੇ ਵਿੱਚ ਆਉਂਦਾ ਵਾ। ਠੀਕ ਆ। ਸੋ ਇਹ ਜਿਹੜੀਆਂ ਕੈਟਾਗਰੀ ਆ ਇਹ ਤੁਸੀਂ ਜ਼ਰੂਰ ਯਾਦ ਰੱਖਣੀਆਂ। ਇਹ ਸੀਗਾ ਵਰਗੀਕਰਨ। ਹੁਣ ਤੱਕ ਅਸੀਂ ਵਰਗੀਕਰਨ ਹੀ ਕੀਤਾ ਵਾ, ਹੁਣ ਅਸੀਂ ਜਾਣਦੇ ਆ ਅੱਗੇ ਉਹਦੇ ਵਿੱਚ ਅਸੀਂ ਪੜਾਂਗੇ ਕਿਸਮਾਂ। ਕਿਹਦੀਆਂ ਕਿਸਮਾਂ? ਇਹਨਾਂ ਉਦਯੋਗਾਂ ਦੀਆਂ ਕਿਸਮਾਂ। ਠੀਕ ਆ।
ਜਿਹੜਾ ਲੋਹਾ ਇਸਪਾਤ ਉਦਯੋਗ ਆ, ਜੇਕਰ ਅਸੀਂ ਗੱਲ ਕਰੀਏ ਵੀ ਇਹਦੇ ਲਈ ਸਾਨੂੰ ਕਿਹੋ ਜਿਹੀਆਂ ਹਾਲਤਾਂ ਚਾਹੀਦੀਆਂ, ਕੋਈ ਉਦਯੋਗਿਕ ਹਾਲਤਾਂ, ਠੀਕ ਆ, ਜਾਂ ਕਹਿ ਲਓ ਵੀ ਕਿਹੋ ਜਿਹਾ ਜਲਵਾਯੂ ਸਾਨੂੰ ਇਹਦੇ ਲਈ ਚਾਹੀਦਾ। ਵੇਖੋ, ਸਭ ਤੋਂ ਪਹਿਲਾਂ ਤਾਂ ਜਿੱਥੇ ਅਸੀਂ ਕੋਈ ਲੋਹਾ ਇਸਪਾਤ ਉਦਯੋਗ ਲਾਉਣਾ, ਉੱਥੇ ਕੱਚੇ ਲੋਹੇ ਦੀ ਪੂਰਤੀ ਹੋਣੀ ਚਾਹੀਦੀ ਵੀ ਉੱਥੇ ਕੱਚਾ ਲੋਹਾ ਕਿੰਨਾ ਕੁ ਅਵੇਲੇਬਲ ਆ, ਚੰਗੀ ਕਿਸਮ ਦਾ ਕੋਲਾ ਹੋਣਾ ਚਾਹੀਦਾ, ਪਾਣੀ ਦੀ ਸਪਲਾਈ ਉੱਥੇ ਅੱਛੀ ਹੋਣੀ ਚਾਹੀਦੀ ਆ, ਖਪਤ ਕੇਂਦਰਾਂ ਦੀ ਨੇੜਤਾ ਹੋਣੀ ਚਾਹੀਦੀ ਆ, ਆਵਾਜਾਈ ਦੇ ਸਾਧਨ ਉੱਥੇ ਕਿੰਨੇ ਕੁ ਅਵੇਲੇਬਲ ਆ, ਇਹ ਚੀਜ਼ ਜ਼ਰੂਰੀ ਆ। ਸਿੱਖਿਅਤ ਮਜ਼ਦੂਰ, ਮਤਲਬ ਕਿ ਜਿਹੜਾ ਲੇਬਰ ਆ ਉਹ ਐਜੂਕੇਟਡ ਚਾਹੀਦਾ, ਤੇ ਪੂੰਜੀ ਤਾਂ ਚਾਹੀਦੀ ਹੀ ਚਾਹੀਦੀ ਆ। 1 2 3 4 5 6 7 ਹਾਲਤਾਂ ਇਹ ਲੋਹਾ ਇਸਪਾਤ ਉਦਯੋਗ ਲਗਾਉਣ ਲਈ ਚਾਹੀਦੀਆਂ। ਇਹ ਤੁਸੀਂ ਜ਼ਰੂਰ ਯਾਦ ਰੱਖਿਓ ਕਿਉਂਕਿ ਸਾਨੂੰ ਪੁੱਛੀਆਂ ਜਾ ਸਕਦੀਆਂ। ਤੇ ਸਭ ਤੋਂ ਘੈਂਟ ਚੀਜ਼ ਇਹਦੇ ਲਈ ਇਹ ਯਾਦ ਰੱਖਣੀ ਆ, ਮੋਸਟ ਇੰਪੋਰਟੈਂਟ ਆ, ਜੇਕਰ ਸਾਨੂੰ ਪੁੱਛਿਆ ਜਾਵੇ ਵੀ ਸਭ ਤੋਂ ਪੁਰਾਣਾ ਲੋਹਾ ਇਸਪਾਤ ਉਦਯੋਗ ਕਿੱਥੇ ਆ, ਤਾਂ USA ਦੇ ਵਿੱਚ ਆ। ਕਿੱਥੇ ਆ? USA ਦੇ ਵਿੱਚ ਲੋਹੇ ਇਸਪਾਤ ਦਾ ਸਭ ਤੋਂ ਪੁਰਾਣਾ ਉਦਯੋਗ ਹੈ ਇਹ ਚੀਜ਼, ਮਤਲਬ ਕਿ ਇੱਕ ਪੁਰਾਣਾ ਕੇਂਦਰ ਆ ਲੋਹਾ ਇਸਪਾਤ ਦਾ USA ਦੇ ਵਿੱਚ। ਵੈਸੇ ਤਾਂ ਹੋਰ ਵੀ ਕੰਟਰੀ ਹੈਗੀਆਂ, ਰਸ਼ੀਆ ਏ, ਇੰਗਲੈਂਡ ਏ, ਹਨਾ, ਜਰਮਨੀ ਏ, ਪਰ ਮੇਨਲੀ ਤੁਸੀਂ USA ਹੀ ਯਾਦ ਰੱਖਣਾ ਲੋਹਾ ਇਸਪਾਤ ਦੇ ਵਜੋਂ, ਕਿਉਂਕਿ ਉੱਥੇ ਸਭ ਤੋਂ ਪੁਰਾਣਾ ਕੇਂਦਰ ਹੈ ਲੋਹਾ ਇਸਪਾਤ ਉਦਯੋਗ ਦਾ। ਠੀਕ ਆ। ਉਸ ਤੋਂ ਬਾਅਦ ਕੱਪੜਾ ਉਦਯੋਗ ਆ ਜਾਂਦਾ ਵਾ। ਜਦੋਂ ਕੱਪੜੇ ਉਦਯੋਗ ਦੀ ਅਸੀਂ ਗੱਲ ਕਰਦੇ ਆ, ਇਹਦੇ ਵਿੱਚ ਸਾਡੀ ਕਪਾਹ ਆ ਜਾਂਦੀ ਆ, ਪਟਸਨ ਆ ਜਾਂਦੀ ਆ, ਉੱਨ ਆ ਜਾਂਦੀ ਆ, ਰੇਸ਼ਮ ਆ ਜਾਂਦੀ ਆ। ਜਦੋਂ ਅਸੀਂ ਰੇਸ਼ਮ ਦੀ ਗੱਲ ਕਰਦੇ ਆ ਤੇ ਸਾਨੂੰ ਰੇਸ਼ਮ ਦੇ ਕੀੜਿਆਂ ਬਾਰੇ ਜਿਹੜਾ ਵਾ ਕੁਐਸਚਨ ਆ ਸਕਦਾ, ਉਹ ਕਿੱਥੇ ਪਾਲੇ ਜਾਂਦੇ ਆ? ਸ਼ਹਿਤੂਤ ਦੇ ਰੁੱਖ ਤੇ ਪਾਲੇ ਜਾਂਦੇ ਆ। ਉਹਨਾਂ ਤੋਂ ਕੀ ਤਿਆਰ ਕੀਤਾ ਜਾਂਦਾ? ਰੇਸ਼ਮ ਦਾ ਕੱਪੜਾ ਤਿਆਰ ਕੀਤਾ ਜਾਂਦਾ। ਠੀਕ ਆ। ਉੱਨ ਆ, ਪਟਸਨ ਆ, ਕਪਾਹ ਵਾ। ਤੇ ਉਸ ਤੋਂ ਬਾਅਦ ਇੱਕ ਸਾਡੇ ਕੋਲ ਕੀ ਆ? ਸੂਤੀ ਕੱਪੜਾ। ਨਹੀਂ ਇੱਥੇ ਮੈਂ ਲਿਖਿਆ, ਸੂਤੀ ਕੱਪੜਾ ਵੀ ਨਾਲ ਇੱਥੇ ਆਊਗਾ। ਸੂਤੀ ਕੱਪੜਾ ਤੇ ਛੱਡਣ ਵਾਲਾ ਨਹੀਂਗਾ, ਇਹਦੇ ਬਾਰੇ ਤਾਂ ਸਾਨੂੰ ਕੁਛ ਆਉਂਦੇ ਹੀ ਆਉਂਦੇ ਆ। ਸੋ ਇਹਦੇ ਲਈ ਕਿਹੜੀਆਂ ਹਾਲਤਾਂ ਚਾਹੀਦੀਆਂ ਵਾ? ਕੱਚਾ ਮਾਲ ਵੀ ਚਾਹੀਦਾ ਵਾ, ਪੂੰਜੀ ਚਾਹੀਦੀ ਆ, ਸਸਤੇ ਮਜ਼ਦੂਰ ਚਾਹੀਦੇ ਆ। ਫਰਕ ਦੇਖੀ ਜਾਇਓ, ਜਦੋਂ ਅਸੀਂ ਲੋਹਾ ਇਸਪਾਤ ਉਦਯੋਗ ਦੀ ਗੱਲ ਕਰਦੇ ਆ, ਉੱਥੇ ਸਾਨੂੰ ਪੜ੍ਹੇ ਲਿਖੇ ਉਦਯੋਗ ਚਾਹੀਦੇ ਆ, ਪਰ ਜਦੋਂ ਅਸੀਂ ਕੱਪੜੇ ਉਦਯੋਗ ਦੀ ਗੱਲ ਕਰਦੇ ਆ, ਉੱਥੇ ਸਾਨੂੰ ਸਸਤੇ ਮਜ਼ਦੂਰ ਵੀ ਮਿਲਣਗੇ ਤਾਂ ਚੱਲ ਜਾਣਗੇ। ਆਵਾਜਾਈ ਸਾਧਨ ਤਾਂ ਚਾਹੀਦੇ, ਮੰਡੀ ਦੀ ਨੇੜਤਾ ਜ਼ਰੂਰ ਹੋਣੀ ਚਾਹੀਦੀ ਆ ਜਿੱਥੇ ਸਾਡਾ ਕੱਪੜਾ ਜਾਵੇ, ਹਨਾ। ਢੁਕਵਾਂ ਜਲਵਾਯੂ ਹੋਣਾ ਚਾਹੀਦਾ ਵਾ। ਠੀਕ ਆ। ਤੇ ਇੱਥੇ ਤੁਸੀਂ ਕੀ ਯਾਦ ਰੱਖਣਾ ਵਾ? ਅਹਿਮਦਾਬਾਦ ਸੂਤੀ ਕੱਪੜੇ ਦਾ ਸਭ ਤੋਂ ਵੱਡਾ ਉਦਯੋਗਿਕ ਕੇਂਦਰ ਆ। ਅਹਿਮਦਾਬਾਦ ਕਿੱਥੇ ਆ? ਗੁਜਰਾਤ ਦੇ ਵਿੱਚ ਆ। ਕਿੱਥੇ ਆ? ਗੁਜਰਾਤ ਦੇ ਵਿੱਚ ਆ ਅਹਿਮਦਾਬਾਦ। ਤੇ ਇੱਥੇ ਸੂਤੀ ਕੱਪੜੇ ਦਾ ਸਭ ਤੋਂ ਵੱਡਾ ਉਦਯੋਗ ਆ। ਇਸ ਤੋਂ ਬਾਅਦ ਆਪਾਂ ਉੱਨ ਬਾਰੇ ਵੀ ਗੱਲ ਕਰਨੀ, ਜਿਹਦੇ ਵਿੱਚ ਆਪਾਂ ਭੇਡ ਦੀ ਕਿਸਮ ਦੀ ਗੱਲ ਕਰਾਂਗੇ। ਕਰਦੇ ਆਪਾਂ ਉਹਨੂੰ ਅੱਗੇ ਗੱਲ, ਪਰ ਪਹਿਲਾਂ ਆਪਾਂ ਨਿਬੇੜ ਲਈਏ ਕਿ ਸੂਚਨਾ ਤਕਨੀਕ ਉਦਯੋਗ ਕੀ ਆ। ਸਾਡਾ ਸੂਚਨਾ ਤਕਨੀਕ ਉਦਯੋਗ ਕੇਂਦਰ ਕਿੱਥੇ ਆ? ਇਨਫੋਸਿਸ ਇਹਦਾ ਨਾਮ ਆ। ਕਿੱਥੇ ਆ? ਪੂਨੇ ਦੇ ਵਿੱਚ ਆ ਸਾਡਾ ਭਾਰਤ ਦਾ ਸੂਚਨਾ ਤਕਨੀਕ ਉਦਯੋਗ। ਕਹਿੰਦੇ ਭਾਰਤ ਦੀ ਸਿਲੀਕਨ ਵੈਲੀ ਕਿੱਥੇ ਆ? ਬੰਗਲੌਰ ਦੇ ਵਿੱਚ ਆ। ਜੇਕਰ ਸਿਲੀਕਨ ਘਾਟੀ ਮਤਲਬ ਭਾਰਤ ਦੀ ਪੁੱਛੀ ਜਾਵੇ ਤੇ ਬੰਗਲੌਰ ਹੋਊਗਾ, ਪੂਰੇ ਵਰਲਡ ਦੀ ਪੁੱਛੀ ਜਾਵੇ ਤੇ ਕਿੱਥੇ ਆ? ਅਮਰੀਕਾ ਦੇ ਵਿੱਚ ਆ। ਨਾਲ ਇਹੀ ਯਾਦ ਰੱਖਣਾ ਵੀ ਜਿਹੜਾ ਗੂਗਲ ਆ, ਅਸੀਂ ਗੂਗਲ ਤੇ ਜੋ ਮਰਜ਼ੀ ਸਰਚ ਕਰਕੇ ਕੱਢ ਲੈਨੇ ਆ, ਇਹ ਗੂਗਲ ਦਾ ਦਫ਼ਤਰ ਕਿੱਥੇ ਆ? ਅਮਰੀਕਾ ਦੇ ਵਿੱਚ ਆ। ਠੀਕ ਆ। ਸੋ ਅਮਰੀਕਾ ਹੀ ਤਾਂ ਸਭ ਤੋਂ ਅੱਗੇ ਆ ਸੂਚਨਾ ਤਕਨੀਕ ਦੇ ਮਾਮਲੇ ਦੇ ਵਿੱਚ। ਇਸੇ ਹੀ ਕਰਕੇ ਗੂਗਲ ਦਾ ਦਫ਼ਤਰ ਕਿੱਥੇ ਆ? ਅਮਰੀਕਾ ਦੇ ਵਿੱਚ ਆ। ਭਾਰਤ ਦੀ ਸਿਲੀਕਨ ਘਾਟੀ ਜਿਹੜੀ ਆ ਬੰਗਲੌਰ ਦੇ ਵਿੱਚ ਆ। ਤੇ ਜੇਕਰ ਵਰਲਡ ਦੀ ਗੱਲ ਆ ਜੇ ਫਿਰ ਕੀ ਆ? ਅਮਰੀਕਾ ਦੇ ਵਿੱਚ ਆ। ਠੀਕ ਆ। ਸੂਚਨਾ ਤਕਨੀਕ ਦੇ ਦੇਸ਼ਾਂ ਦੀ ਗੱਲ ਆ ਜੇ ਤਾਂ ਇੱਥੇ ਵੀ ਸਭ ਤੋਂ ਪਹਿਲਾਂ USA ਹੀ ਟਿਕ ਲਾ ਕੇ ਆਉਣਾ। ਜੇਕਰ ਸਾਨੂੰ ਸੂਚਨਾ ਤਕਨੀਕ ਉਦਯੋਗ ਦੀ ਪੁੱਛ ਲੈਣ ਵੀ ਪਹਿਲਾ ਮੋਹਰੀ ਦੇਸ਼ ਕਿਹੜਾ ਵਾ, ਤੇ USA ਆ। USA ਤੋਂ ਬਾਅਦ ਕੈਨੇਡਾ ਆ ਜਾਂਦਾ ਵਾ, ਇੰਗਲੈਂਡ ਆ ਜਾਂਦਾ ਵਾ, ਫਰਾਂਸ ਆ ਜਾਂਦਾ ਵਾ, ਰਸ਼ੀਆ ਆ ਜਾਂਦਾ ਵਾ, ਜਾਪਾਨ, ਜਰਮਨੀ ਤੇ ਇੰਡੀਆ ਸਾਡਾ ਲਾਸਟ ਤੇ ਆਉਂਦਾ। ਮੈਂ ਇੱਕ ਵਾਰੀ ਰਿਪੀਟ ਕਰਦੀ ਆ, USA ਪਹਿਲੇ ਨੰਬਰ ਤੇ ਆਊਗਾ, ਦੂਜੇ ਨੰਬਰ ਤੇ ਕੈਨੇਡਾ, ਤੀਜੇ ਤੇ ਇੰਗਲੈਂਡ, ਚੌਥੇ ਤੇ ਫਰਾਂਸ। ਠੀਕ ਆ। ਪੰਜਵੇਂ ਤੇ ਰਸ਼ੀਆ, ਛੇਵੇਂ ਤੇ ਜਾਪਾਨ, ਜਰਮਨੀ ਤੇ ਇੰਡੀਆ। ਬਸ ਤੁਸੀਂ ਮਤਲਬ ਪਹਿਲੇ 3 ਯਾਦ ਰੱਖ ਲਿਓ। USA, ਕੈਨੇਡਾ ਤੇ ਇੰਗਲੈਂਡ 3 ਮੋਹਰੀ ਦੇਸ਼ ਆ ਸੂਚਨਾ ਤਕਨੀਕ ਉਦਯੋਗ ਦੇ ਮਾਮਲੇ ਦੇ ਵਿੱਚ। ਜੇਕਰ ਸਾਡੇ ਭਾਰਤ ਦਾ ਪੁੱਛਿਆ ਜਾਵੇ ਤੇ ਸਾਡਾ ਭਾਰਤ ਸੂਚਨਾ ਤਕਨੀਕ ਦੇ ਮਾਮਲੇ ਦੇ ਵਿੱਚ ਐਡਾ ਲੈਂਡਲਾਉਂਡ ਨਹੀਂ ਹੈਗਾ। ਠੀਕ ਆ। ਮਤਲਬ ਇਹ ਪਿੱਛੇ ਜਾ ਰਿਹਾ ਅਜੇ। ਠੀਕ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਉੱਨੀ ਕੱਪੜੇ ਦੇ ਬਾਰੇ। ਇਹਦੇ ਵਿੱਚ ਕਿਉਂਕਿ ਸਾਨੂੰ ਭੇਡਾਂ ਦੀਆਂ ਕਿਸਮਾਂ ਜ਼ਰੂਰ ਪੁੱਛੀਆਂ ਜਾਂਦੀਆਂ ਹੁੰਦੀਆਂ।
ਉਸ ਤੋਂ ਬਾਅਦ ਵੇਖੋ ਊਨੀ ਕੱਪੜਾ ਉਦਯੋਗ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਭੇਡ ਆ ਜਾਂਦੀ ਆ, ਬੱਕਰੀ ਆ ਜਾਂਦੀ ਆ, ਊਠ, ਜਾਕ ਤੇ ਖਰਗੋਸ਼ ਆ ਜਾਂਦੇ ਆ। ਧਿਆਨ ਦਿਓ, ਯਾਦ ਰੱਖਿਓ, ਮੈਂ ਇਸ ਤੋਂ ਪਹਿਲਾਂ 7ਵੀਂ ਕਲਾਸ ਦੀ NCERT ਜਿਓਗ੍ਰਾਫੀ ਕਰਵਾ ਚੁੱਕੀ ਆ। ਉਹਦੀ ਪੂਰੀ ਦੀ ਪੂਰੀ ਪਲੇਲਿਸਟ ਜਿਹੜੀ ਆ ਡਿਸਕ੍ਰਿਪਸ਼ਨ ਦੇ ਵਿੱਚ ਪਈ ਆ। ਉਹ ਚੈਪਟਰ ਜਿਹੜਾ ਬਹੁਤ ਜ਼ਿਆਦਾ ਉਹਦੇ 7ਵੀਂ ਕਲਾਸ ਦੀ ਜਿਓਗ੍ਰਾਫੀ ਜਿਹੜੀ NCERT ਦੇ ਅਕੋਰਡਿੰਗ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਐਜ਼ ਅ ਕੰਪੈਰੀਟਿਵਲੀ 8th ਕਲਾਸ ਦੀ ਜਿਓਗ੍ਰਾਫੀ, ਕਿਉਂਕਿ 8th ਕਲਾਸ ਦੀ ਜਿਓਗ੍ਰਾਫੀ ਜ਼ਿਆਦਾ ਵਾਈਡਲੀ ਸਾਨੂੰ ਮਿਲਦੀ ਆ ਪੰਜਾਬ ਬੋਰਡ ਤੇ, ਜਿਹੜੀ ਅਸੀਂ ਆਲਰੇਡੀ ਪੜ੍ਹਦੇ ਆਏ ਆ। ਪਰ 7ਵੀਂ ਕਲਾਸ ਦੀ ਜਿਓਗ੍ਰਾਫੀ ਇੱਕ ਉੱਥੋਂ ਸਾਨੂੰ ਡਿਫਰੈਂਟ ਜਿਹੀਆਂ ਚੀਜ਼ਾਂ ਮਿਲਦੀਆਂ। ਜਿਹੜੇ ਬੱਚੇ ਪਹਿਲਾਂ ਤੋਂ ਜੁੜੇ ਆ ਉਹਨਾਂ ਨੂੰ ਪਤਾ ਹੋਊਗਾ ਵੀ ਇੱਕ ਪਸ਼ਮੀਨਾ ਨਾਮ ਦੀ ਬੱਕਰੀ ਦੀ ਗੱਲ ਹੁੰਦੀ ਆ। ਜਦੋਂ ਅਸੀਂ ਲਦਾਖ ਦੇ ਜੀਵਨ ਦੇ ਬਾਰੇ ਪੜ੍ਹਦੇ ਆ ਤੇ ਪਸ਼ਮੀਨਾ ਨਾਮ ਦੀ ਜਿਹੜੀ ਬੱਕਰੀ ਕਿੱਥੇ ਪਾਈ ਜਾਂਦੀ ਆ, ਲਦਾਖ ਦੇ ਵਿੱਚ ਪਾਈ ਜਾਂਦੀ ਆ। ਇਹ ਜਿਹੜੀ ਵੀਡੀਓ ਆ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਉਹਦਾ ਲਿੰਕ ਪਿੰਨ ਕਰ ਦੂੰਗੀ। ਤੁਸੀਂ ਉਹ ਕਲਾਸਾਂ, ਪਹਿਲੀ ਗੱਲ ਤੇ 7ਵੀਂ ਕਲਾਸ ਦੀ ਜਿਓਗ੍ਰਾਫੀ ਜਿਹੜੀ ਮੈਂ NCERT ਦੇ ਅਕੋਰਡਿੰਗ ਕਰਵਾਈ ਆ, ਉਹ ਸਾਰੀ ਦੀ ਸਾਰੀ ਵੀਡੀਓ ਤੁਸੀਂ ਜ਼ਰੂਰ ਚੈੱਕ ਕਰਨੀ ਆ। ਚੈਪਟਰ ਵਾਈਜ਼ ਜਿਹੜੀ ਪਲੇਲਿਸਟ ਬਣੀ ਆ ਉਹ ਜ਼ਰੂਰ ਜਾ ਕੇ ਦੇਖੋ, ਕਿਉਂਕਿ ਆਲਮੋਸਟ ਜਿਓਗ੍ਰਾਫੀ ਮੈਂ ਕੰਪਲੀਟ ਕਰ ਦਿੱਤੀ ਆ। ਠੀਕ ਆ, ਤੇ ਇਹ ਵੀ 8ਵੀਂ ਵਾਲੀ ਵੀ ਕੰਪਲੀਟ ਹੋਣ ਵਾਲੀ ਆ। ਠੀਕ ਆ, ਯਾਦ ਰੱਖਿਓ ਪਸ਼ਮੀਨਾ ਨਾਮ ਦੀ ਜਿਹੜੀ ਬੱਕਰੀ ਆ ਇਹਦੇ ਤੋਂ ਜਿਹੜਾ ਵਾ ਕੋਈ ਕੱਪੜਾ ਵਗੈਰਾ, ਕੋਈ ਜਿਹੜਾ ਵਾ ਪਸ਼ਮੀਨਾ ਨਾਮ ਦੀ ਉੱਨ ਤਿਆਰ ਕੀਤੀ ਜਾਂਦੀ ਆ। ਹਾਂ, ਯਾਦ ਆ ਗਿਆ। ਠੀਕ ਆ, ਪਸ਼ਮੀਨਾ ਵਾਲਾ ਗਾਣਾ ਆਇਆ ਸੀ ਨਾ, ਪਸ਼ਮੀਨਾ ਵਾਲਾ ਗਾਣਾ ਸੁਣਿਆ ਨਾ ਸਾਰਿਆਂ ਨੇ, ਮੈਂ ਉਹ ਵੀਡੀਓ ਦੇ ਵਿੱਚ ਗਾਣਾ ਵੀ ਸੁਣਾਇਆ ਜੀ। ਹੁਣ ਭੱਜੇ ਜਾਇਓ ਕਲਾਸ ਤੇ, ਹਨਾ। ਮੈਂ ਉਹ ਜਿਹੜੀ ਆ ਮੈਂ ਤੈਨੂੰ ਲਦਾਖ ਵਾਲਾ ਚੈਪਟਰ ਕਰਵਾਇਆ ਨਾ 7ਵੀਂ ਕਲਾਸ ਦੀ NCERT ਦਾ, ਉਹਦੇ ਵਿੱਚ ਮੈਂ ਪਸ਼ਮੀਨਾ ਵਾਲਾ ਗਾਣਾ ਵੀ ਸੁਣਾਇਆ ਸੀ। ਠੀਕ ਆ, ਸੋ ਯਾਦ ਰੱਖਿਓ। ਠੀਕ ਹੈ, ਇਹ ਜਿਹੜੀ ਪਸ਼ਮੀਨਾ ਕੀ ਹੈ, ਬੱਕਰੀ ਦੀ ਕਿਸਮ ਆ, ਤੇ ਪਸ਼ਮੀਨਾ ਬੱਕਰੀ ਦੀ ਕਿਸਮ ਵੀ ਆ, ਤੇ ਉਹਦੇ ਤੋਂ ਜਿਹੜੀ ਉੱਨ ਤਿਆਰ ਕੀਤੀ ਜਾਂਦੀ ਉਹਨੂੰ ਪਸ਼ਮੀਨਾ ਦੀ ਉੱਨ ਕਿਹਾ ਜਾਂਦਾ ਵਾ। ਪਸ਼ਮੀਨਾ ਉੱਨ ਦੇ ਸ਼ਾਲ ਨਹੀਂ ਹੁੰਦੇ ਉਹ ਵਾਲੇ। ਠੀਕ ਆ, ਤੇ ਜਿਹੜੀ ਮਰੀਨਾ ਕਿਸਮ ਆ ਉਹ ਭੇਡ ਦੀ ਕਿਸਮ ਆ। ਮਤਲਬ ਕਿ ਇਹ ਏਦਾਂ ਦੀਆਂ ਕਿਸਮਾਂ ਵਾ ਜਿਨ੍ਹਾਂ ਤੋਂ ਵਧੀਆ ਕਿਸਮ ਦੀ ਜਿਹੜੀ ਉੱਨ ਆ ਤਿਆਰ ਕੀਤੀ ਜਾਂਦੀ ਆ। ਮੈਰੀਨਾ ਜਿਹੜਾ ਵਾ ਇਹ ਸਾਨੂੰ PSTET ਦੇ ਵਿੱਚ ਪੁੱਛਿਆ ਜਾ ਚੁੱਕਾ ਵਾ, ਤੇ ਇਸ ਵਾਰੀ ਫੁੱਲ ਚਾਂਸ ਆ ਕਿ ਸਾਨੂੰ ਹੋ ਸਕਦਾ ਵਾ ਕਿ ਪਸ਼ਮੀਨਾ ਦੇ ਬਾਰੇ ਪੁੱਛ ਲੈਣ। ਪਸ਼ਮੀਨਾ ਬੱਕਰੀ ਦਾ ਨਾਮ ਹੀ ਆ, ਤੇ ਪਸ਼ਮੀਨਾ ਜਿਹੜੀ ਆ ਉਹਦੇ ਤੋਂ ਜਿਹੜੀ ਉੱਨ ਤਿਆਰ ਕੀਤੀ ਜਾਂਦੀ ਆ ਉਸੇ ਨੂੰ ਹੀ ਪਸ਼ਮੀਨਾ ਉੱਨ ਜਿਹੜਾ ਵਾ ਕਹਿ ਦਿੱਤਾ ਜਾਂਦਾ ਵਾ। ਇਸ ਪੁਆਇੰਟ ਨੂੰ ਯਾਦ ਰੱਖਿਓ। 7ਵੀਂ ਕਲਾਸ ਦੀ ਇਹ ਲਦਾਖ ਵਾਲੀ ਵੀਡੀਓ ਜ਼ਰੂਰ ਚੈੱਕ ਕਰ ਲਿਓ, ਚੈੱਕ ਕਰ ਲਿਓ। ਕਮੈਂਟ ਸੈਕਸ਼ਨ ਦੇ ਵਿੱਚ ਮੈਂ ਪਿੰਨ ਕਰ ਦਿੰਨੀ ਉਹਦੀ ਇਹ ਵਾਲੀ ਵੀਡੀਓ। ਠੀਕ ਆ, ਪਟਸਨ ਤੋਂ ਬੋਰੀਆਂ, ਟਾਟ, ਜਿਹੜੇ ਰੱਸੇ ਉਹ ਤਿਆਰ ਕੀਤੇ ਜਾਂਦੇ ਆ। ਠੀਕ ਆ, ਬਣਾਵਟੀ ਰੇਸ਼ਮ ਕੀ ਆ? ਆ ਜਿਹੜਾ ਨਾਇਲਨ ਦਾ ਕੱਪੜਾ ਆਉਂਦਾ ਇਹ ਵੀ ਬਣਾਵਟੀ ਆ। ਟੈਰੀਲਿਨ ਦਾ ਕੱਪੜਾ ਆਉਂਦਾ ਬਣਾਵਟੀ ਆ। ਐਕਰੀਲਿਨ ਦਾ ਕੱਪੜਾ ਆਉਂਦਾ ਬਣਾਵਟੀ, ਇਕੱਠਾ ਜਿਹਾ ਨਹੀਂ ਹੁੰਦਾ ਜਾਂਦਾ, ਹਨਾ, ਉਹ ਟੈਟਰੂਨ, ਇਹ ਸਾਰੇ ਬਣਾਵਟੀ ਰੇਸ਼ਮ ਹੈ ਜਿਹੜੇ ਅੱਜ ਤੱਕ ਬਹੁਤ ਹੀ ਜ਼ਿਆਦਾ ਇਹਨਾਂ ਦਾ ਕਹਿ ਲਓ ਵੀ ਹੋ ਗਿਆ, ਹਨਾ। ਕੁੜੀਆਂ ਬਹੁਤ ਏਦਾਂ ਦੀਆਂ ਨਾਇਲਨ, ਟੈਰੀਲਿਨ, ਐਕਰੀਲਿਨ ਏਦਾਂ ਦੀਆਂ ਜਿਹੜਾ ਬਣਾਵਟੀ ਰੇਸ਼ਮ ਬੜਾ ਹੁਣ ਚੱਲ ਪਿਆ। ਠੀਕ ਆ, ਉਸ ਤੋਂ ਬਾਅਦ ਦੋ ਮੋਸਟ ਇੰਪੋਰਟੈਂਟ ਪੁਆਇੰਟ ਆ। ਟਿਸਕੋ, ਇਹ ਵੀ ਸਾਨੂੰ PSTET ਦੇ ਵਿੱਚ ਪੁੱਛਿਆ ਜਾ ਚੁੱਕਾ ਵਾ। ਜਦੋਂ ਟਿਸਕੋ ਦੀ ਗੱਲ ਆਉਂਦੀ ਆ, ਇਹਦੀ ਫੁੱਲ ਫਾਰਮ ਕੀ ਆ? ਟਾਟਾ ਆਇਰਨ ਐਂਡ ਸਟੀਲ ਕੰਪਨੀ। 1907 ਦੇ ਵਿੱਚ ਇਹਦੀ ਸਥਾਪਨਾ ਹੋਈ। ਕਿਹਨੇ ਕੀਤੀ? ਜਮਸ਼ੇਦ ਜੀ ਟਾਟਾ ਨੇ। ਜਮਸ਼ੇਦ ਜੀ ਟਾਟਾ ਨੇ ਇਹਦੀ 1907 ਦੇ ਵਿੱਚ ਸਥਾਪਨਾ ਕੀਤੀ। ਕਿੱਥੇ? ਝਾਰਖੰਡ ਦੇ ਵਿੱਚ। ਸੋ ਇਹ ਸੀ ਸਾਰਾ ਦਾ ਸਾਰਾ ਉਦਯੋਗਾਂ ਦੇ ਬਾਰੇ, ਜਿਹੜਾ ਕਿ ਮੈਂ ਤੁਹਾਨੂੰ ਕਿੱਥੋਂ ਕਰਵਾਇਆ? ਪੰਜਾਬ ਬੋਰਡ ਤੋਂ ਕਰਵਾਇਆ। ਤੇ ਆ ਜਿਹੜਾ ਪਸ਼ਮੀਨਾ ਵਾਲਾ ਵਾ ਇਹ NCERT ਦੇ ਵਿੱਚ ਦਿੱਤਾ ਵਾ। ਹੁਣ ਆਪਾਂ ਦੇਖਦੇ ਹਾਂ ਵੀ NCERT ਵਾਲਿਆਂ ਨੇ ਸਾਨੂੰ ਕੀ ਕੀ ਦਿੱਤਾ ਵਾ ਉਦਯੋਗਾਂ ਦੇ ਬਾਰੇ। ਠੀਕ ਆ, ਇਹ ਕੀ ਕਹਿੰਦੇ ਆ ਕੱਚੇ ਮਾਲ ਬਾਰੇ? ਵੇਖੋ, ਜਿਹੜੀ ਚੀਜ਼ ਇੰਪੋਰਟੈਂਟ ਹੋਈ ਮੈਂ ਬੋਰਡ ਤੇ ਲਿਖਦੀ ਜਾਣਾ ਵਾ, ਕਿਉਂਕਿ ਸਿਰਫ 3 ਜਾਂ 4 ਪੇਜਾਂ ਦੇ ਵਿੱਚ ਇਹਨਾਂ ਨੇ उद्योग खत्म किया। ठीक है, कहते हैं कच्चे माल के उपयोग के आधार पर उद्योग कृषि आधारित, खनिज आधारित, समुद्र आधारित और वन आधारित हो सकते हैं। मतलब कच्चे माल, जो आप कच्चे माल की गल की आप ही खनिज के आधार ते, खेती के आधार ते, है ना, फिर आप जंगलों के आधार ते, जानवरों के आधार ते, है ना, सेम ही आ। बस एक चीज नहीं मैच होंगी। इन्होंने समुद्र के आधार ते भी किया खनिज। ठीक है, कच्चा माल इन्होंने समुद्र के आधार ते भी किया वा। फिर ये कहते कृषि आधारित उद्योग। ठीक है, सेम ही आ, मैं कृषि आधार ते भी तुहानूं करवाते हैं।
ਖनिज आधारित भी मैं तुहानू करवाते, समुद्र आधारित उद्योग ये भी मैं तुहानू करवाते, क्योंकि ज्यादा डाटा ही नहीं है, पैरे दे विच दिता इन्होंने। ठीक है, उस तो बाद आकार कहते उद्योग के आधार पर तात्पर्य निवेश की गई पूंजी की राशि नियोजित लोगों की संख्या और उत्पादन की मात्रा से है। आकार के आधार पर उद्योग दो भागों में बांटा जाता है, लघु आकार के उद्योग, बहुत आकार के उद्योग। मतलब देखो एनसीईआरटी वाला ने, मैं एक मिनट रेस कर ला, एनसीईआरटी वाला ने सिर्फ उद्योगां दियां सानू दो किस्मां दित्तियां। मैं इसे करके कहनी आ कि पंजाब बोर्ड नूं जां एससीईआरटी नूं निंदना भी जिहड़ा वा एक गलत आ, क्योंकि सुनिया सुनाइया गल्लां वा। हुण जेड़े तां पढ़दे आ हुण उन्हां नूं ते सारा पता वा, ते जेकर आपां सुन के कही जाए भी जियोग्राफी भी एनसीईआरटी तो पढ़ लो, हिस्टरी तो पढ़नी आ, ते जेड़ा तुहानू कोई तेरे मेरे वर्गा कही जांदा ना जियोग्राफी भी एनसीईआरटी तो पढ़ लो, ते तुहाडी गलती आ। एनसीईआरटी सानू उन्नी, एनसीईआरटी दे विच सिर्फ सानू हिस्टरी बड़ी वधिया मिलदी आ, पर जियोग्राफी बहुत वधिया मिलदी सानू साडीआं पंजाब बोर्ड दीआं किताबां ते भी। वेखो इन्हां ने उद्योगां दा जिहड़ा वर्गीकरण कीता सिर्फ दो तरह दे नाल कीता। इन्हां ने कहता भी एक वड्डे पैमाने दे उद्योग हुंदे आ, एक छोटे पैमाने दे उद्योग हुंदे आ। बस इन्हां ने इन्नी चीज सानू देती, होर इन्हां ने कुछ भी ज्यादा इहदे विच डिटेल नहीं दसी, पर मैं तुहानू बहुत ही ज्यादा डिटेल दे नाल करवाता। फिर भी आपां रीड कर लैंदे आ, क्योंकि कुछ ना कुछ पॉइंट एक्स्ट्रा सानू मिल जांदे आ। कहंदे आ लघु आकार के उद्योग और बहुत आकार के मतलब वड्डे आकार के उद्योग। लघु की मतलब छोटे, कुटीर या घरेलू उद्योग छोटे पैमाने के उद्योग हैं। हाँ याद रखियो, मैं क्या ना आप इसे करके रीड करना वा, जेड़े छोटे उद्योग आ ना, जेड़े छोटे उद्योग आ इन्हां नूं घरेलू उद्योग भी कहा जांदा जे, ते इन्हां नूं कुटीर उद्योग भी कहा जांदा जी। आ नाम याद रखियो, जेड़े छोटे पैमाने दे उद्योग मैं तुहानू दसे इन्हां नूं घरेलू उद्योग भी कहा जांदा, ते इन्हां नूं कुटीर उद्योग भी कहा जांदा। ये पॉइंट तुसीं ने जरूर याद रखने। कहंदे कि टोकरी, बुनाई, मिट्टी के बर्तन और अन्य हस्त निर्मित वस्तुएं कुटीर उद्योग के उदाहरण है। मतलब वेखो कुटीर उद्योग विच हुंदा जिवें टोकरियां बनाउणियां हना, मिट्टी दे भांडे बनाउणे, जिहड़ियां साडीआं डेली वरतण वालीआं चीजां हना, साजो समान जिहड़ा साडा घर दा ओह छोटे पैमाने उद्योग घरेलू जां कुटीर उद्योगां दे विच आउंदा। कहंदा इसकी फिर कहंदा वा बड़े पैमाने के उद्योग जो बड़ी मात्रा में वस्तुओं का उत्पादन करते हैं उनकी तुलना से में छोटे पैमाने के उद्योग कम पूंजी व प्रौद्योगिकी का उपयोग करते हैं। बड़े पैमाने के उद्योग में पूंजी का निवेश अधिक, और मतलब कह रहे हैं कि छोटे पैमाने ਲਈ ना ਤਾਂ ਸਾਨੂੰ ਕੋਈ ਪੂੰਜੀ ਨਹੀਂ ਚਾਹੀਦੀ ਆ, ਨਾ ਹੀ ਉਹਦੇ ਲਈ ਸਾਨੂੰ ਕੋਈ ਜ਼ਿਆਦਾ ਟੈਕਨੋਲੋਜੀ ਚਾਹੀਦੀ ਆ, ਪਰ ਕਹਿੰਦੇ ਜਦੋਂ ਅਸੀਂ ਵੱਡੇ ਉਦਯੋਗਾਂ ਦੀ ਗੱਲ ਕਰਦੇ ਆ ਉੱਥੇ ਸਾਨੂੰ ਪੂੰਜੀ ਵੀ ਜ਼ਿਆਦਾ ਚਾਹੀਦੀ ਆ ਤੇ ਉੱਥੇ ਸਾਨੂੰ ਟੈਕਨੋਲੋਜੀ ਵੀ ਜ਼ਿਆਦਾ ਚਾਹੀਦੀ ਆ। ठीक है, फिर ये कहते आ रेशम बुनाई और खाद्य प्रक्रमण उद्योग लघु पैमाने के उद्योग हैं। ऑटोमोबाइल और भारी मशीनों का उत्पादन बड़े पैमाने के उद्योग है। मैं सारा तुहानू करवा ही चुकी है। कपड़े दे उद्योग जिहड़ा वा रेशम दे विच आ जांदा वा हना, रेशम ऊन सूती कपड़ा ये छोटे पैमाने दे उद्योग आ, पर जदों ऑटोमोबाइल सूचना तकनीक दी असीं गल करदे आ तां वड्डे पैमाने दे उद्योग आ। ठीक है, यही चीज ये कह रहे हैं। ठीक है, पर जिवें आ एक्स्ट्रा पॉइंट आपां नूं मिल गया इवें ही अपना कड्ढणे एनसीईआरटी दे विचों। फिर ये कहंदे आ समावित के आधार पर उद्योगों को निजी क्षेत्र, राज्य समिति अथवा सार्वजनिक क्षेत्र, संयुक्त क्षेत्र और सहकारी क्षेत्र में वर्गीकृत किया जा सकता है। मैं तुहानू करवाता, याद करो मैं तुहानू करवाए नहीं, जेड़े मैं तुहानू मलकीयत दे आधार ते करवाए सी सेम ही आ वो भी। ठीक है, कोई फर्क नहीं हैगा। फिर कहंदे आ जैसे हिंदुस्तान एरोनॉटिक्स लिमिटेड और स्टील अथॉरिटी ऑफ इंडिया लिमिटेड है ना। हाँ ठीक है, ये भी मैं तुहानू करवाता। हिंदुस्तान दे विच मतलब आयरन की जिहड़ी साडी हैगी आ टाटा अथॉरिटी, टाटा स्टील आयरन एंड स्टील कंपनी है ना, वो मैं तुहानू करवा दी है ये वाली। ठीक है, हाँ आ गया ना पॉइंट निकल आया। देखो फिर की कहंदे आ, कहंदे आनंद मिल्क। ठीक है, आ याद रखियो आनंद मिल्क, आनंद मिल्क यूनियन, आनंद मिल्क यूनियन लिमिटेड, लिमिटेड एंड सुधा डेयरी, सुधा डेयरी ए पंजाब के किसी कॉम्पीटेटिव एग्जाम दे विच पूछा जा चुका वा। ठीक है, ये की आ सहकारी उद्योग आ, की आ ये
सहकारी उद्योग ਦੇ ਅੰਡਰ ਆਉਂਦਾ ਵਾ। ਯਾਦ ਕਰੋ ਜਦੋਂ ਮੈਂ ਤੁਹਾਨੂੰ ਮਲਕੀਅਤ ਦੇ ਆਧਾਰ ਤੇ 4 ਕਿਸਮਾਂ ਕਰਵਾਈਆਂ ਸੀ, ਜਿਹਦੇ ਵਿੱਚ ਮੈਂ ਤੁਹਾਨੂੰ ਸਹਿਕਾਰੀ ਉਦਯੋਗ ਕਰਵਾਏ ਸੀ। ਆ ਕੀ ਆ ਐਗਜ਼ਾਮਪਲ ਆ ਸਹਿਕਾਰੀ ਉਦਯੋਗ ਦੀ, ਆਨੰਦ ਮਿਲਕ ਯੂਨੀਅਨ ਲਿਮਿਟਡ ਐਂਡ ਸੁਧਾ ਡੇਅਰੀ ਕਿਹਦੇ ਵਿੱਚ ਆਉਂਦਾ ਵਾ, ਸਹਿਕਾਰੀ ਉਦਯੋਗ ਦੇ ਵਿੱਚ ਆਉਂਦਾ ਵਾ। ਠੀਕ ਆ। ਉਸ ਤੋਂ ਬਾਅਦ ਇਹ ਕਹਿੰਦੇ ਆ ਉਹੀ ਚੀਜ਼ ਆ, ਕੱਚਾ ਮਾਲ, श्रम, पूंजी, बाजार, जल परिवहन, संचार, वही सारा कुछ है ना। फिर ये कहते उद्योगों की अवस्थिति को प्रभावित करने वाले कारक, मतलब ਉਹੀ ਸਾਰਾ ਕੁਝ, मतलब पूंजी ਚਾਹੀਦੀ ਆ, परिवहन ਚਾਹੀਦੀ ਆ, ਬਾਜ਼ਾਰ ਦੀ ਨੇੜਤਾ ਚਾਹੀਦੀ ਆ, ਭੂਮੀ ਚਾਹੀਦੀ ਆ, ਜਲ ਚਾਹੀਦਾ ਵਾ, ਇਹੀ ਸਾਰਾ ਕੁਝ ਇਹਨਾਂ ਨੇ ਦੱਸਿਆ ਵਾ। फिर कहते हैं उद्योगिक तंत्र, उद्योगिक तंत्र में निवेश प्रक्रिया और निर्गत शामिल है। निवेश में कच्चे माल, श्रम और भूमि की लागत, जल की उपलब्धता, परिवहन, विकृत और अन्य अवसरना शामिल है। प्रक्रम में कई तरह के क्रियाकलाप शामिल है, जैसे कच्चे माल को परिष्कृत माल में परिवर्तित करते हैं, निर्गत अंतिम उत्पाद और इससे अर्जित आय है। सूती वस्त्र उद्योग में संदर्भ में कपास, मानव श्रम, कारखाना और परिवहन लागत निवेश हो सकते हैं। प्रक्रमों में उटाई, कटाई, बुनाई, रंगाई और छपाई शामिल है। कमीज जैसे आप पहनते हैं वह उत्पादन है। वही सारा कुछ जो मैं तुहानू ऑलरेडी करवा चुकी हाँ। ठीक है। उस तो बाद ये कहते हैं औद्योगिक प्रदेश का विकास तब होता है जब कई तरह के उद्योग एक दूसरे के निकट स्थित होते हैं और वे अपनी निकटता के लाभ आपस में बांटते हैं। विश्व के प्रमुख औद्योगिक प्रदेश पूर्वी अमेरिका, पश्चिमी और मध्य यूरोप, पूर्वी यूरोप और पूर्वी एशिया है। मुख्य औद्योगिक प्रदेश अधिकांश शीतोष्ण कटिबंधीय क्षेत्रों, समुद्री पतनों के समीप और विशेष तौर पर कोयला क्षेत्रों के निकट होते हैं। मोस्ट इंपॉर्टेंट पॉइंट यही तो मेरा मकसद मेन हुंदा वा कि एनसीईआरटी नूं भी आपां इग्नोर जिहड़ा वा वो नहीं करना। ठीक है। ज्यादातर उद्योग केंद्र किहदी नेड़ता दे लागे हुंदे, सब तो पहला तो याद रखियो एनसीईआरटी वाले, एनसीईआरटी दा डाटा मैं तुहानूं लिखाउण लगी आ उद्योगां बारे। ठीक है। नोट करते जाओ। ये सानू कहंदे आ की कहंदे आ, ये सानू कहंदे आ कि उद्योग जिहड़े आ वो शीत उष्ण, जिहड़ा शीत उष्ण है मैं तुहानू करवाए आ। ठीक है। शीत उष्ण कटिबंधी जिहड़े इलाकिਆਂ ਦੇ ਵਿੱਚ, मतलब शीत उष्ण कटिबंधी खेत्र है जिथे उत्थे ज्यादा उद्योग पाए जाणगे। फिर होर किथे पाए जाणगे, समुद्रां दी नेड़ता है ना, तटी इलाकिਆਂ ਦੇ लागे समुद्रां दी नेड़ता आ जूगी। ठीक है। समुद्रां दी नेड़ता आ जूगी। ठीक है। ਇਹਦੇ लागे भी ज्यादा जिहड़ा वा उद्योग बनाए जा सकते क्योंकि पानी की पूर्ति हो सकती है। ठीक है। फिर इन्हां ने कहा वा कोयला खेत्रां दे लागे, किथे कोयला खेत्रां दे लागे, मतलब जिथे भारी मात्रा दे विच जिहड़ा वा कह लो भी कोला जिहड़ा वा उपलब्ध होवे। आ 3 पॉइंट एनसीईआरटी दे विच दित्ते आ। कहंदे ज्यादातर उद्योग जिहड़े किहड़े उद्योग जिहड़े आ, चाहे वड्डे उद्योग आ चाहे छोटे उद्योग आ, उद्योगां लई शीत उष्ण कटिबंधी खेत्र जिहड़ा ज्यादा वा, समुद्रां दी नेड़ता दे नेड़े उद्योग हो सकदे आ। जिथे कोयला खेत्र जिहड़े आ ज्यादा, मतलब कोयला खेत्रां दे लागे जिथे भारी मात्रा दे विच कोयला कड्ढिया जांदा वा, उत्थे ऑटोमैटिकली उद्योग भी जिहड़े आ ज्यादा होणगे। ये चीज इन्हां ने इत्थे कही आ। फिर कहंदे चमड़े के जूते के विनिर्माण में शामिल है निवेश प्रमुख। अच्छा, ये इन्होंने प्रैक्टिकली दिता वा है ना बच्चों वास्ते। ठीक आ। उस तो बाद कहंदे आ भारत में अनेक औद्योगिक प्रदेश हैं जैसे मुंबई, पुणे, समूह, बंगलौर, तमिलनाडु प्रदेश, हुगली प्रदेश, अहमदाबाद, वडोदरा प्रदेश है ना, छोटा नागपुर औद्योगिक प्रदेश, विशाखापट्टनम, गुटूर औद्योगिक प्रदेश, गुड़गांव, दिल्ली, मेरठ औद्योगिक, मतलब भारत दे विच साडे जिथे जिथे भी उद्योग आ वो बस इन्होंने जगह के नाम दिते आ। तुहानूं याद रखने पैणे क्योंकि मैं चैप्टर तां भेजदी हुंदी आ टैलीग्राम ते। ठीक है। याद रखियो अहमदाबाद दे विच जिहड़ा मैं तुहानूं कराया ही ना कि अहमदाबाद काहदे वास्ते आ, दस्सिया सी मैं तुहानूं। अहमदाबाद सूती कपड़े दा मुख केंद्र आ, सूती कपड़े दा मुख केंद्र आ वडोदरा। ठीक है। अहमदाबाद दे विच किहड़ा इलाका हो, वडोदरा। ये सानू एनसीईआरटी कहंदी आ। मुंबई, पुणे विच जिहड़ा वा साडी सूचना तकनीक जिहड़ी आ है ना वो वाले उद्योग आ है ना। ते फिर अपने छोटा नागपुर दे विच आ जांदे आ, विशाखापट्टनम हो गया है ना, गुड़गांव हो गया, दिल्ली हो गया है ना। ये चीज ये मेन 2-3 शहर मुंबई, अहमदाबाद ते अपना छोटा नागपुर ते विशाखापट्टनम, ये तुसी 4 के याद रख लियो। ठीक है। की कहंदे आ अगे आपां पढ़दे हां। कहंदे उद्योगों में दुर्घटना मुख्य रूप से तकनीकी विफलता या संकट उत्पन्न करने वाले
पदार्थ के बेतरतीब उपयोग के कारण घटित होती। हाँ, एक चीज पॉइंट एक्स्ट्रा सानू मिल गया। ये जिहड़े उद्योग है इन्हां दे विच कोई घटना भी घट सकदी आ। कहंदे भोपाल में, हाँ भोपाल गैस त्रासदी मैं तुहानू करवाया नहीं, वो एक प्रकार का उद्योग ही। हुण देखो एक हर एक चीज नू कोरिलेट करते जाना वा। याद करो जो मैं तुहानू NCERT आपां 8वीं क्लास दी NCERT नहीं करदे पे पोलीटिकल, ਉਹਦੇ ਵਿੱਚ मैं तुहानू भोपाल गैस त्रासदी करवाया। कादी मिल सी ਉਹ कमेंट करके दसना कादी मिल सी भोपाल गैस त्रासदी है ना, तुहाडा पता लग जे तुसीं मेरी कही होई एक एक गल ते मेरी एक एक वीडियो नू किन्ना क ध्यान दे नाल देखदे हो। भोपाल गैस त्रासदी विच दसना वा भी उत्थे किहड़ी चीज दी उन्हां ने फैक्टरी लाई सी। ठीक है, ਉਹਦੇ ਵਿੱਚ 1984 ਦੇ ਵਿੱਚ ਇੱਕ ਘਟਨਾ ਘਟੀ ਸੀ ना, मतलब गैस ਜਿਹੜੀ ਆ ਰਿਸ ਗਈ ਤੇ ਅੱਜ भी 24 25 26 ਸਾਲ ਬੀਤ ਗਏ ਤੇ ਅੱਜ ਵੀ ਉੱਥੋਂ ਦੇ ਲੋਕ ਜਿਹੜੇ ਮਾਰ ਚੱਲ ਰਹੇ ਆ, ਕਿਉਂਕਿ ਉਹ ਗੈਸ ਦਾ ਕੁਝ ਲੋਕ ਬੜੇ ਮਰ ਗਏ ਉੱਥੋਂ ਦੇ ਹਨਾ, ਤੇ ਪਰ ਜਿਹੜੇ ਬਚ ਗਏ ਜ਼ਖਮੀ ਹੋ ਗਏ ਅੱਜ ਵੀ ਉਹ ਗੈਸ ਦੀ ਤਰਾਸਦੀ ਦੇ ਨਾਲ ਜਿਹੜਾ ਵਾ ਜੂਝ ਰਹੇ ਆ। ਠੀਕ ਹੈ ਕਿਉਂਕਿ ਉਹਨਾਂ ਦੀ ਸਿਹਤ ਤੇ ਅਸਰ ਪੈ ਗਿਆ। ਕਹਿੰਦੇ ਆ यूनियन कार्बोनाइड के कीटनाशी कारखाने से हाइड्रोजन साइनाइड तथा प्रतिक्रिया ਉਹੀ चीजां ਜਿਹੜੀਆਂ मैं तुहानू ऑलरेडी करवा चुकी हाँ। कहते 1999 में सरकारी सूचना के अनुसार 35,598 व्यक्तियों की मृत्यु हो गई थी, हजारों लोग बच गए थे। आज भी एक या अधिक बीमारियों जैसे अंधापन, प्रतीक्षा तंत्र, मतलब मैं करवा चुकी हाँ। मैं तुहानू दस्सिया है ना किन्ने लोग मरे ते किन्ने अज भी जिहड़े लोग आ ਉਹ ਭੁਗਤ ਰਹੇ ਆ इथों ਦੀਆਂ ਉਹਨਾਂ चीज़ों बारे। ठीक है, उस तो बाद कहते हैं 23 दिसंबर 2005 में चीन के गांव चोगिंगिम में गैस कूप विस्फोट से 243 लोगों की मौत तथा 9,000 लोग दुर्घटनाग्रस्त हो गए। इन स्थानों से 64,000 लोगों को विस्थापित किया गया था। कई लोग विस्फोट के बाद ना भाग सकने के कारण मर गए। वह जो समय पर भाग पाए उनकी आंखें, त्वचा, फेफड़े गैस से क्षतिग्रस्त हो गए। याद रखने की कोशिश करियो की कहते मतलब कि ਜਿਹੜਾ ਅਸੀਂ ਕਹਿ ਦਿੰਦੇ ਨਾ ਸਾਨੂੰ ਜਦੋਂ ਕਿਸੇ ਕੰਟਰੀ ਬਾਰੇ ਕੁਝ ਵੀ ਪੁੱਛ ਲਿਆ ਜਾਂਦਾ, ਚਾਹੇ ਉਹਨਾਂ ਦਾ ਕੋਈ ਅਧਿਕਾਰ ਪੁੱਛ ਲਿਆ ਜਾਂਦਾ, ਚਾਹੇ ਜਿਓਗ੍ਰਾਫਿਕਲੀ ਕੁਝ ਪੁੱਛ ਲਿਆ ਜਾਂਦਾ, ਤਾਂ ਅਸੀਂ ਕਹਿ ਦਿੰਦੇ ਲੈ ਆਊਟ ਆਫ ਕੰਟਰੀ ਜਿਹੜਾ ਵਾ ਕਹਿ ਲੋ ਆਊਟ ਆਫ ਸਿਲੇਬਸ ਪੇਪਰ ਆ ਗਿਆ। ਅਸਲ ਦੇ ਵਿੱਚ ਜਦੋਂ ਅਸੀਂ NCERT ਪੜ੍ਹਦੇ ਆ ਤਾਂ ਇਹਦੇ ਵਿੱਚ ਸਾਨੂੰ ਵਰਲਡ ਲੈਵਲ ਦੀਆਂ ਚੀਜ਼ਾਂ ਜਿਹੜੀਆਂ ਮਿਲ ਜਾਂਦੀਆਂ ਵਾ। ਇਹਨਾਂ ਨੇ ਸਾਨੂੰ ਕੀ ਦੇਤਾ, ਇਹ ਕਹਿੰਦੇ ਆ 23 ਦਸੰਬਰ ਹਨਾ 23 ਦਸੰਬਰ 2005 ਦੇ ਵਿੱਚ ਚੀਨ ਦੇ ਵਿੱਚ ਇੱਕ ਵਿਸਫੋਟ ਹੋਇਆ। ਇਹ ਵਿਸਫੋਟ ਕਿੱਥੇ ਹੋਇਆ, ਕਿਸੇ ਉਦਯੋਗ ਦੇ ਵਿੱਚ, ਕਿਸੇ ਉਦਯੋਗ ਦੇ ਵਿੱਚ ਵਿਸਫੋਟ ਹੋ ਗਿਆ ਹਨਾ। ਕਿੰਨੇ ਲੋਕ ਮਰੇ, 243 ਹਨਾ, 243 ਲੋਕ ਕਹਿੰਦੇ ਮਰ ਗਏ, ਇੰਨੇ ਮਰ ਗਏ ਤੇ 9,000 ਲੋਕ ਜਿਹੜੇ ਸੀ ਉਹ ਕੀ ਹੋਏ, ਜ਼ਖਮੀ ਹੋਏ ਤੇ ਕੁਝ ਜਿਹੜੇ ਸੀ ਭੱਜ ਹੀ ਨਹੀਂ ਸਕੇ ਉੱਥੋਂ ਹਨਾ। मतलब कि 64,000 ਜਿਹੜੇ ਆ ਉਹਨਾਂ ਨੂੰ ਉੱਥੋਂ ਇੱਥੋਂ ਕੱਢਿਆ ਗਿਆ मतलब ਇਹਨਾਂ ਨੂੰ ਕੋਈ ਹੈਲੀਕਾਪਟਰ ਦੇ ਜਰੀਏ ਇਹਨਾਂ ਨੂੰ ਜਿਹੜਾ ਕੀ ਸੀਗਾ ਇੱਥੋਂ ਜਿਹੜਾ ਇਹਨਾਂ ਨੂੰ ਪਾਸੇ ਲਿਜਾਇਆ ਗਿਆ। ਕਿੰਨੇ ਲੋਕਾਂ ਨੂੰ, 64,000 ਲੋਕਾਂ ਨੂੰ, 9,000 ਜ਼ਖਮੀ ਹੋਏ, 243 ਲੋਕ ਮਰੇ। 23 ਦਸੰਬਰ 2005 ਨੂੰ ਜਿਹੜਾ ਕਿੱਥੇ ਵਿਸਫੋਟ ਹੋਇਆ ਸੀ, ਚੀਨ ਦੇ ਵਿੱਚ ਜਿਹੜਾ ਵਿਸਫੋਟ ਹੋਇਆ ਸੀ, ਇਹ ਸਾਨੂੰ ਪੁੱਛਿਆ ਜਾ ਸਕਦਾ। ठीक है, उस तो बाद कहते प्रमुख उद्योगों का वितरण। कहते विश्व के प्रमुख उद्योग लोहा इस्पात उद्योग है, सूती कपड़ा उद्योग है, सूचना तकनीक उद्योग मैं तेन करवाता है ना। ठीक है, ओके। कहते वह देश जिसमें लोहा इस्पात उद्योग स्थित है जर्मनी, संयुक्त राज्य अमेरिका, चीन, जापान, रूस, मैं तेन करवाता है ना। वस्त्र उद्योग भारत, हांगकांग, दक्षिण कोरिया, जापान, ताइवान केंद्रित है ना। वस्त्र मतलब कपड़े वास्ते ज्यादातर पहले, हाँ जो वधिया कपड़े की किस्म की गल आ जाए ना, ਕੱਪੜੇ ਦੀ ਵਧੀਆ ਕਿਸਮ ਦੀ ਗੱਲ ਆ ਜੇ ਤਾਂ ਉਹਦੇ ਵਿੱਚ ਪਹਿਲੇ ਨੰਬਰ ਤੇ ਸਾਡਾ ਭਾਰਤ ਹੀ ਆਉਂਦਾ ਵਾ। ਦੂਜੇ ਨੰਬਰ ਤੇ ਹਾਂਗਕਾਂਗ ਆਉਂਦਾ ਵਾ, ਹਾਂਗਕਾਂਗ ਹਨਾ। ਹਾਂਗਕਾਂਗ ਦੇ ਵਿੱਚ ਜਾਂਦੇ ਆ ਨਾ ਸਾਡੇ ਕਈ ਭਾਰਤੀ ਹਨਾ। ਹਾਂਗਕਾਂਗ ਤੇ ਦੱਖਣੀ ਕੋਰੀਆ। ਠੀਕ ਹੈ, ਦੱਖਣੀ ਕੋਰੀਆ NCERT ਦਾ ਡਾਟਾ ਵਾ, ਨੋਟ ਕਰਦੇ ਜਾਇਓ। ਦੱਖਣੀ ਕੋਰੀਆ ਕੱਪੜੇ ਦੇ ਮਾਮਲੇ ਦੇ ਵਿੱਚ, ਕੱਪੜੇ ਦੀ ਵਧੀਆ ਕਿਸਮ ਦੇ ਮਾਮਲੇ ਦੇ ਵਿੱਚ। ਠੀਕ ਆ, ਜਾਪਾਨ ਚੌਥੇ ਨੰਬਰ ਤੇ 5ਵੇਂ ਨੰਬਰ ਤੇ ਆਉਂਦਾ ਵਾ ਤਾਈਵਾਨ। ਠੀਕ ਹੈ, ਇਹ 5 ਸੀਕੁਐਂਸ ਜਿਹੜੇ ਤੁਸੀਂ ਯਾਦ ਰੱਖ ਲਿਓ। ਕੱਪੜੇ ਦੀ ਵਧੀਆ ਕਿਸਮ ਸਭ ਤੋਂ ਪਹਿਲਾਂ ਭਾਰਤ ਦੇ, ਸਾਡੇ ਭਾਰਤ ਦੇ ਵਿੱਚ ਹੀ ਵਧੀਆ ਕਿਸਮ ਦਾ ਕੱਪੜਾ ਪਾਇਆ ਜਾਂਦਾ ਵਾ। ਤੁਸੀਂ ਦੇਖਦੇ ਨਹੀਂ ਹੁਣ ਸਾਡੇ ਕੋਈ ਕੁੜੀਆਂ ਮੁੰਡੇ ਜਿਹੜੇ ਬਾਹਰ ਜਾਂਦੇ ਆ ਉਹ ਇੱਥੋਂ ਕੱਪੜਾ ਖਰੀਦ ਕੇ ਹੀ ਉਧਰ ਜਾਂਦੇ ਆ। ਠੀਕ ਆ, ਦੱਖਣੀ ਕੋਰੀਆ, ਜਾਪਾਨ ਤੇ ਤਾਈਵਾਨ। ਠੀਕ ਆ, ਇਸ ਚੀਜ਼ ਨੂੰ ਤੁਸੀਂ ਇਹ ਯਾਦ ਰੱਖਣਾ। ਫਿਰ ਕਹਿੰਦੇ ਆ ਸੂਚਨਾ ਪ੍ਰਯੋਗਿਕ ਉਦਯੋਗੀ, ਮਤਲਬ ਸੂਚਨਾ ਤਕਨੀਕ ਦੇ ਮਾਮਲੇ ਦੇ ਵਿੱਚ ਮੁੱਖ ਕੇਂਦਰ ਜਿਹੜੇ ਆ
कैलिफोर्निया के सिलिकॉन घाटी में और भारत बेंगलौर प्रदेश में। करवाता मैं तुहानू, ठीक है। आ कैलिफोर्निया वाली घाटी सानू पूछी गई ना, अमरीका दे कैलिफोर्निया दे विच, तुहानू मैं ऑलरेडी ये करवाता। ते भारत दी सिलिकॉन घाटी कित्थे आ? बेंगलौर दे विच, ठीक है। दोनों ही क्वेश्चन जिहड़े आ पूछे गए आ कैलिफोर्निया वाला साडे आ पिछे वाले पेपर च पूछा गया ही। लोहा इस्पात उद्योग, ये भी मैं तुहानू करवाता है ना। एक बारी आपां देख लेने भी लोहा इस्पात उद्योग बारे इन्हां ने कोई एक्स्ट्रा पॉइंट तो नहीं दिता। मतलब इत्थे ना इन्हां ने असल दे विच की आ लोहा इस्पात उद्योग, इत्थे फर्क की आ, इत्थे इन्हां ने सानू दस्सिया वा कि किहड़ियां-किहड़ियां चीजां, मतलब लोहा जिहड़ा पक्का लोहा तैयार किया जाता वा, किस तरह कच्चे लोहे तो किवें पक्का लोहा तैयार किया जाता, पूरा प्रोसैस इन्हां ने इत्थे दस्सिया वा, ठीक है। इहनूं तुसीं खुद रीड जरूर करना, मैं चैप्टर भेज दूँ क्योंकि ये चीज़ां तुहाडे रीड करन वालियां आ, ठीक है। हाँ निकल आया पॉइंट, ठीक है। मैं तुहानूं करवाउण दी कोशिश करदी हाँ। भारत दे विच जिहड़े लोहा इस्पात दे मुख केंद्र आ वो नोट कर लो, ठीक है। भिलाई, भिलाई, ठीक है, भिलाई, ठीक है। दूजे नंबर ते हैगा वा दुर्गापुर, ठीक है। ये शहरां दे नाम आ, ठीक है, स्टेट दे शहर आ। बर्नपुर, ठीक है, बर्नपुर, ठीक है। फिर इन्होंने चौथे नंबर ते सानू दिता है जमशेदपुर, ये मैं तुहानू ऑलरेडी, टिस्को कंपनी इत्थे ही आ, ठीक है। जमशेदपुर, जमशेदपुर है ना। ते फिर हैगा वा राउरकेला, ठीक है, राउरकेला, राउरकेला, ठीक है, राउरकेला, ठीक है। फिर ये हैगा वा बोकारो, ठीक है। 6वें नंबर ते हैगा वा बोकारो। आ पॉइंट जिहड़े जरूर नोट करते जाओ, जिहड़े मैं तुहानू NCERT तो करवाए आ। ये कित्थे कित्थे आ, ये सारे इलाके कित्थे आ, ये पश्चिमी बंगाल दे विच, पश्चिमी बंगाल हो गया, झारखंड हो गया है ना, झारखंड हो गया, उड़ीसा, ठीक है, उड़ीसा ते छत्तीसगढ़। याद रखियो भिलाई, दुर्गापुर, बर्नपुर, जमशेदपुर, राउरकेला, बोकारो, ठीक है। ये की आ भारत दे विच लोहा इस्पात केंद्र आ, भारत दे लोहा इस्पात केंद्र आ, ठीक है। ये सारे शहर किहड़ियां स्टेट दे आ? पश्चिमी बंगाल दे स्टेट आ, झारखंड दे आ, उड़ीसा दे आ ते छत्तीसगढ़ दे आ। ये चीज जरूर याद रख लियो, ठीक है। जमशेदपुर 1947 से पूर्व भारत में केवल एक इस्पात कारखाना था, टाटा आयरन एंड स्टील कंपनी लिमिटेड टिस्को। एम करवाता ना, यह निजी स्वामी में था, स्वमातिव में था। स्वतंत्रता के पश्चात सरकार ने यह कार्य अपने हाथ में ले लिया और बहुत से लोहा इस्पात संयंत्र स्थापित कर लिए। झारखंड में स्वर्ण रेखा और खरकई नदियों के संगम के समीप साकची में सन 1907 में टिस्को की शुरुआत की गई, ठीक है। याद रखियो जेड़ा मैं तुहानू टिस्को दी मैं दस्सिया ही ना कि 1907 दे विच जमशेद जी टाटा ने दी स्थापना कीती सी, कीता साकची नाम दा इलाका सी, केड़ा सीगा? साकची, ठीक है, साकची नाम दा इलाका सीगा। PDF दे विच सारा ऐड कर दूंगी, ठीक है। ये चीज तुसीं याद रखियो। भूगोलिक रूप से जमशेदपुर देश में लोहा इस्पात केंद्र के रूप में संवैधानिक स्थान है, जेड़ा कि मुख्य केंद्र आ। ये मैं तुहानू ऑलरेडी करवाता। कहते साकची को कई कारणों से इस्पात संयंत्र स्थापित करने के लिए चुना गया। यह स्थान बंगाल नागपुर रेल मार्ग पर काली माटी स्टेशन से मात्र 32 किलोमीटर की दूरी पर है। देखो कितनी डिटेल दी NCERT दे विच की कहते साकची जिहड़ा इलाका कहते बंगाल नागपुर रेल मार्ग, बंगाल नागपुर रेल मार्ग दे विच
काली माटी स्टेशन है जिथों किथों जिथों किन्ना दूर आ 32 किलोमीटर दूर आ। ठीक है, किन्ना दूर आ 32 किलोमीटर दूर आ। ठीक है, एक मिनट मैं इत्थे लिख दिन्नी आ। बंगाल तो लैके ते नागपुर तक दा जिहड़ा रेल मार्ग आ की आ, जिहड़ा रेल मार्ग आ ते स्टेशन किहड़ा लगदा वा, स्टेशन लगदा वा काली काटी। ठीक है, काली माटी सॉरी है ना, काली माटी स्टेशन जिहड़ा वा, इस काली माटी स्टेशन तो 32 किलोमीटर दूर आ किहड़ा साखची केंद्र, जिथे टिस्को कंपनी आ, टाटा स्टील एंड आयरन कंपनी बंगाल नागपुर रेल मार्ग ते काली माटी स्टेशन तो 32 किलोमीटर दूर साखची नाम का जिहड़ा केंद्र आ, जिथे कि साडी टाटा स्टील आयरन कंपनी जिहड़ी आ एस्टैब्लिश आ। यह स्थान लोह अयस्क कोयला और मैग्नीज निक्षेपों के साथ साथ कोयला के निकट भी था, जहां विशाल बाजार उपलब्ध था। टिस्को को झरिया कोयला क्षेत्रों में कोयला और उड़ीसा तथा छत्तीसगढ़ से लोह अयस्क, चूना पत्थर, डोलोमाइट और मैग्नीशियम प्राप्त होता है। खड़कई और स्वर्ण रेखा नदियों से जिहड़ा वा पर्याप्त जल की आपूर्ति होती है। ठीक है, नदियों के नाम भी जरूर याद रख लो, खड़कई ते स्वर्ण रेखा, खड़कई खड़कई ते श्रवण। ठीक है, स्वर्ण रेखा नदी, स्वर्ण रेखा नदी। जेकर तुहानू पुछया जावे कि लोहा इस्पात उद्योग की पूर्ति वास्ते जल की जिहड़ी पूर्ति आ किहड़ियां नदियां करदियां वा, खड़कई ते स्वर्ण रेखा नदियां तो ही लोहा इस्पात उद्योग बनाउण लई जिहड़ी जल की पूर्ति आ ओह हुंदी आ। ठीक है, इस चीज तुसी ने याद रखनी। कहते जमशेदपुर में टिस्को की स्थापना के बाद कई अन्य औद्योगिक संयंत्र स्थापित किए गए। इनमें रसायन इंजनों को पूज, कृषि उपकरण, मशीना दे राही चादरां बनाउणियां, केबल तारां बनाउणियां। कहते लोह जिहड़े ए टाटा स्टील आयरन कंपनी दे लागे लागे कहते हौली हौली काफी उद्योग जिहड़े आ स्थापित हो गए। कहते भारत में लोहा इस्पात उद्योग के विकास से त्वरित औद्योगिक विकास आरंभ हुआ। भारतीय उद्योग के लगभग सभी क्षेत्र अधिकांश अपने आधारभूत अवसंरचना के लिए लोहा इस्पात उद्योग पर निर्भर हैं। भारतीय लोहा इस्पात उद्योग में बहुत समाकलित इस्पात संयंत्रों के साथ साथ लघु इस्पात उद्योग भी सम्मिलित है। मिल भी कहते लोहा इस्पात मिलां भारत दे विच बहुत आ। कहते क्योंकि भारत दे विच कच्चा लोहा काफी ज्यादा मिल जाता वा ते साडे भारत दा ज्यादातर सिस्टम ही लोहे दे नाल चलदा। इससे द्वितीयक उत्पादक मतलब सेकेंडरी उत्पादक रॉलिंग मिल और सहायक उद्योग भी शामिल है। पीटर्सबर्ग कहते यह संयुक्त राज्य अमेरिका का एक महत्वपूर्ण इस्पात नगर है। ठीक है, लभ गया ना पीटर्सबर्ग, पीटर्सबर्ग। ठीक है, पीटर्सबर्ग, पीटर्सबर्ग की आ अमरीका दा इस्पात केंद्र की, अमरीका दा इस्पात केंद्र। ठीक है, ये बारे आप पढ़ते हैं की कहते पीटर्सबर्ग के इस्पात उद्योग को स्थानीय सुविधाएं उपलब्ध है। कच्चा माल जैसे कोयला पीटर्सबर्ग में ही उपलब्ध है, जबकि लोह अयस्क मिनीसोटा की लोहे की खानों से प्राप्त होता है, जो पीटर्सबर्ग से लगभग 1500 किलोमीटर दूर है। इन खानों और पीटर्सबर्ग के बीच नौपरिवहन का सर्वोत्तम मार्ग ग्रेट लेक्स जलमार्ग आता है। देखो मतलब मिनीसोटा की आ एक तरह का आयरन है, आयरन ही आ एक तरह का कोई कह लो तरल पदार्थ आ जिहदे तो ही लोहे दे विच कोई मिक्स किया जाता वा। कहंदे ए जिहड़ा वा आ जिहड़ा पीटर्सबर्ग आ इथों 1500 किलोमीटर की दूरी ते आ, ते जदों दूरी ते इहदा मतलब है भी उत्थों ही लिआउंदे होणगे सर्वोत्तम ग्रेट लेक मार्ग। ठीक है, ग्रेट लेक मार्ग। ठीक है, ग्रेट लेक मार्ग राही लिआंदा जांदा वा, ग्रेट लेक मार्ग राही ये जिहड़ा वा मिनीसोटा कोई तरल पदार्थ है ये लिआंदा जांदा वा ग्रेट लेक्स जल मार्ग दे राही। फिर कहंदे ये अयस्क के नौपरिवहन हेतु सस्ता मार्ग है। ग्रेट लेक्स से पीटर्सबर्ग क्षेत्र तक लो अयस्क रेलगाड़ियों से लाया जाता है। मतलब किहदे नाल लिआंदा जांदा वा ग्रेट लेक्स मार्ग दे राही, रेल गड्डियां दे राही। ठीक है,
ओहियो मोनोगहेला और इलंगनी नदियों से पर्याप्त जल प्राप्त होता है। ठीक है, नदियां दे नाम ओहियो, मोनोगहेला ते पलंगनी नदियां दे नाम। मतलब ਇਹ ਡਾਟਾ ਕਰਾਉਣ ਨੂੰ ਭਾਵੇਂ ਮੈਂ ਬਹੁਤ ਹੀ ਬਰੀਕੀ ਦੇ ਵਿੱਚ ਇੱਥੇ ਲਿਖ ਦਿੰਦੀ, ਪਰ ਇਹਨਾਂ ਦੇ ਵਿੱਚ ਕੋਈ ਵੀ ਸਮਝਾਉਣ ਵਾਲੀ ਚੀਜ਼ ਨਹੀਂ ਹੈ, ਕਿਉਂਕਿ ਐਨਸੀਈਆਰਟੀ ਦੇ ਵਿੱਚ ਏਦਾਂ ਦੇ ਪੁਆਇੰਟ ਚੱਕਣੇ ਹੁੰਦੇ ਆ ਜਿਹੜੇ ਅਸੀਂ ਯਾਦ ਰੱਖਣੇ ਹੁੰਦੇ ਆ। ਪਰ ਉਦਯੋਗਾਂ ਨੂੰ ਜਿੱਦਾਂ ਤੁਹਾਨੂੰ ਸਮਝਣਾ ਚਾਹੀਦਾ ਸੀ, ਮੈਂ ਆਲਰੇਡੀ ਤੁਹਾਨੂੰ ਸਮਝਾਤਾ, ਪਰ ਇਹ ਪੁਆਇੰਟ ਮੈਂ ਸਾਰਾ ਦਾ ਸਾਰਾ ਚੈਪਟਰ ਜਿਹੜਾ ਵਾ ਮੈਂ ਤੁਹਾਨੂੰ ਭੇਜੂਗੀ ਟੈਲੀਗ੍ਰਾਮ ਤੇ, ਤੁਸੀਂ ਐਨਸੀਈਆਰਟੀ ਦੇ ਵਿੱਚੋਂ ਵੀ ਇਹਨਾਂ ਨੂੰ ਜ਼ਰੂਰ ਹੀ ਤੁਸੀਂ ਜਿਹੜਾ ਵਾ नोट कर लेना वा। ठीक है, पढ़ लेना वा। कहते आज पीटर्सबर्ग में बहुत कम बड़ी इस्पात मिल है। यह मिल पीटर्सबर्ग के ऊपर मोनोगहेला और पलंगनी नदी की घाटियों में तथा पीटर्सबर्ग के नीचे ओहियो नदी के सहारे स्थित है। परिष्कृत इस्पात सथल और जल दोनों मार्गों के द्वारा बाजार में भेजा जाता है। पीटर्सबर्ग क्षेत्र में इस्पात मिलों के अतिरिक्त कई अन्य कारखाने हैं। यह रेल पटरी उपकरण और भारी मशीनों के उत्पादन में इस्पात का प्रयोग कच्चे माल के रूप में करते हैं। ठीक है, रेलगाड़ियां बनाने वास्ते जिन्ना भी लोहा तैयार हुंदा वा वो सारा जिहड़ा पीटर्सबर्ग है इत्थे ही जिहड़ा वा तैयार कीता जांदा वा। इस चीज नूं तुसीं याद रखियो। बस तुहानूं ज्यादा डिटेल तुहानूं नहीं पूछी जानी, बस तुसीं याद रखियो पीटर्सबर्ग इस्पात लई मशहूर आ अमरीका दे विच। ਤੁਹਾਨੂੰ ਪੁੱਛਿਆ ਜਾ ਸਕਦਾ ਵੀ ਪੀਟਰਸਬਰਗ ਕਿੱਥੇ ਆ, ਅਮਰੀਕਾ ਦੇ ਵਿੱਚ ਕੀ ਆ, ਇਸਪਾਤ ਦਾ ਮੁੱਖ ਕੇਂਦਰ ਆ। ਠੀਕ ਆ, ਬਹੁਤ ਜ਼ਿਆਦਾ ਡਿਟੇਲ ਕਰਵਾਤੀ ਉਦਯੋਗਾਂ ਦੇ ਬਾਰੇ ਦੇ ਵਿੱਚ। PDF ਜ਼ਰੂਰ ਭੇਜੂਗੀ ਜਿੰਨਾ ਵੀ ਮੈਂ ਕਰਵਾਇਆ ਉਦਯੋਗਾਂ ਦੇ ਬਾਰੇ ਟੈਲੀਗ੍ਰਾਮ ਤੇ। ਜਿਨ੍ਹਾਂ ਬੱਚਿਆਂ ਨੇ ਟੈਲੀਗ੍ਰਾਮ ਜੁਆਇਨ ਨਹੀਂ ਕੀਤਾ, ਜਲਦੀ ਤੋਂ ਜਲਦੀ ਟੈਲੀਗ੍ਰਾਮ ਜੁਆਇਨ ਕਰ ਲਓ ਤੇ ਵੱਧ ਤੋਂ ਵੱਧ ਫਾਇਦਾ ਲਓ ਫ੍ਰੀ ਦੇ ਵਿੱਚ, ਕਿਉਂਕਿ ਜੋ ਵੀ ਮਟੀਰੀਅਲ ਮੈਂ ਕਰਵਾਉਣੀ ਆ ਕਲਾਸ ਦੇ ਵਿੱਚ ਉਹਦੀ PDF ਮੈਂ ਟੈਲੀਗ੍ਰਾਮ ਤੇ ਬੱਚਿਆਂ ਨੂੰ ਦੇ ਦਿੰਨੀ ਆ। ਠੀਕ ਆ, ਆਪਣਾ ਇੱਕ ਹੀ ਚੈਪਟਰ ਰਹਿ ਗਿਆ ਮਾਨਵੀ ਸੰਸਾਧਨ। ਠੀਕ ਆ, ਤੇ ਆਪਣੀ ਜਿਹੜੀ ਜਿਓਗ੍ਰਾਫੀ ਆ ਪੰਜਾਬ ਬੋਰਡ ਦੇ ਅਕੋਰਡਿੰਗ ਆਪਣੀ ਜਿਓਗ੍ਰਾਫੀ ਕੰਪਲੀਟ ਹੋ ਚੁੱਕੀ ਆ, ਪਰ ਐਨਸੀਈਆਰਟੀ ਵਾਲਿਆਂ ਨੇ ਐਕਸਟਰਾ ਡਾਟਾ ਦਿੱਤਾ ਹੁੰਦਾ ਵਾ। ਐਨਸੀਈਆਰਟੀ ਦੇ ਵਿੱਚ ਇੱਕ ਮਾਨਵੀ ਸੰਸਾਧਨ ਚੈਪਟਰ ਇਹਨਾਂ ਨੇ ਐਕਸਟਰਾ ਦਿੱਤਾ ਵਾ, ਉਹ ਵੀ ਆਪਾਂ ਪੜਾਂਗੇ ਤੇ ਉਹਦੇ ਨਾਲ ਆਪਣੀ 8ਵੀਂ ਕਲਾਸ ਦੀ ਜਿਓਗ੍ਰਾਫੀ ਜਿਹੜੀ ਸਾਰੀ ਕੰਪਲੀਟ ਹੋ ਜੂਗੀ। 7ਵੀਂ ਕਲਾਸ ਦੀ ਜਿਓਗ੍ਰਾਫੀ ਕੰਪਲੀਟ ਕਰ ਚੁੱਕੇ ਆ, 8ਵੀਂ ਕਲਾਸ ਦੀ ਜਿਓਗ੍ਰਾਫੀ ਕੰਪਲੀਟ ਹੋਣ ਵਾਲੀ ਆ ਤੇ ਕਾਫੀ ਸਾਰਾ SST ਦਾ ਜਿਹੜਾ ਮਟੀਰੀਅਲ ਆ ਐਨਸੀਈਆਰਟੀ ਦੇ ਅਕੋਰਡਿੰਗ ਜਿਹੜਾ ਆਪਣਾ ਕੰਪਲੀਟ ਹੋ ਚੁੱਕਾ ਵਾ ਪੂਰਾ ਐਨਾਲਿਸਿਸ ਕਰਕੇ। ਤੇ ਥੋੜਾ ਬਹੁਤਾ ਸਕੂਨ ਵੀ ਮਿਲਿਆ, ਕਿਉਂਕਿ ਇੱਕ ਟੀਚਰ ਨੂੰ ਟੈਨਸ਼ਨ ਵੀ ਹੁੰਦੀ ਆ ਕਿ ਪਤਾ ਨਹੀਂ ਪੇਪਰ ਤੱਕ ਸਿਲੇਬਸ ਜਿਹੜਾ ਵਾ ਕਵਰ ਹੋਵੇ ਚਾਹੇ ਨਾ ਹੋਵੇ। ਮਤਲਬ ਮੈਂ ਬਿਮਾਰ ਵੀ ਹੋਵਾਂ ਤਾਂ ਵੀ ਮੈਂ ਗੈਪ ਨਹੀਂ ਪਾਉਂਦੀ ਹੁੰਦੀ। ਜਿਹੜੇ ਬੱਚੇ ਪਹਿਲਾਂ ਤੋਂ ਜੁੜੇ ਆ ਉਹਨਾਂ ਨੂੰ ਪਤਾ ਆ। ਠੀਕ ਆ, ਉਦਯੋਗਾਂ ਵਾਲਾ ਚੈਪਟਰ ਕਾਫੀ ਲੈਂਥੀ ਸੀ। ਠੀਕ ਆ, ਤੇ ਇਸ ਕਰਕੇ ਕਾਫੀ ਟਾਈਮ ਲੱਗ ਗਿਆ ਤੇ ਇਹਦੇ ਨਾਲ ਕੀ ਹੋਇਆ ਵੀ ਆਪਣਾ ਕਾਫੀ ਜਿਓਗ੍ਰਾਫੀ 8ਵੀਂ ਕਲਾਸ ਦੀ ਕੰਪਲੀਟ ਹੋ ਗਈ। ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿਵੇਂ ਲੱਗੀ ਤੁਹਾਨੂੰ ਇਹ ਕਲਾਸ। ਠੀਕ ਆ, ਤੇ ਇਹਦੀ PDF ਲੈਣ ਲਈ ਟੈਲੀਗ੍ਰਾਮ ਨੂੰ ਜ਼ਰੂਰ ਜੁਆਇਨ ਕਰ ਲੈਣਾ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।